ਅੱਜ ਆਪਾਂ 321 ਅੰਗ ਤੋਂ ਗਿਆਨ ਸ਼ੁਰੂ ਕਰਨ ਲੱਗੇ ਹਾਂ ਜੀ। ਇਹ 14ਵੀਂ ਪੌੜੀ ਜਿਹੜੀ ਹੈਗੀ ਆ ਗੌੜੀ ਰਾਗ ਦੀ ਪੰਜਵੀਂ ਪਾਤਸ਼ਾਹੀ ਦੀ ਵਾਰ ਦੀ 14ਵੀਂ ਪੌੜੀ ਲੈ ਰਹੇ ਗੌੜੀ ਰਾਗ ਦੇ ਵਿੱਚ। ਸ਼ਲੋਕ ਮਹੱਲਾ ਪੰਜਵਾਂ ਅੰਗ 3 to 1। ਸ਼ਲੋਕ ਮਹੱਲਾ ਪੰਜਵਾਂ। ਜਾਚੜੀ ਸਾ ਸਾਰ ਜੋ ਜਾਚੰਦੀ ਹੇਕੜੋ ਗਾਲੀ ਬੀਆ ਵਿਕਾਰ ਨਾਨਕ ਧਣੀ ਵਿਹੂਣੀਆਂ। ਇਹਦੇ ਵਿੱਚ ਪੰਜਵੀਂ ਪਾਤਸ਼ਾਹੀ ਆਪਾਂ ਨੂੰ ਗਿਆਨ ਦੇ ਰਹੇ ਕਿ ਜੇ ਤੂੰ ਮੰਗ ਕਰਨੀ ਆ, ਜੇ ਤੂੰ ਜਾਚਨਾ ਕਰਨੀ ਹੈਗੀ ਤੇ ਭਾਈ ਸਾਰ ਵਾਲੀ ਜਾਚਨਾ ਕਰ। ਜਾਚੜੀ ਸਾਹ ਸਾਰ ਉਹ ਮੰਗ ਕਰ ਜਿਹਦੇ ਨਾਲ ਸਾਰੀਆਂ ਮੰਗਾਂ ਆ ਜਾਣ। ਸਾਰ ਮੰਗ, ਸਭ ਤੋਂ ਕੀਮਤੀ ਮੰਗ ਕਰ। ਉਸ ਮਾਲਕ ਪਰਮਾਤਮਾ ਤੋਂ ਸਾਰਿਆਂ ਤੋਂ ਕੀਮਤੀ ਮੰਗ ਕਰ। ਉਸ ਮਾਲਕ ਪਰਮਾਤਮਾ ਤੋਂ ਉਹ ਚੀਜ਼ ਮੰਗ ਜਿਹੜੀ ਕਿ ਸਭ ਤੋਂ ਕੀਮਤੀ ਹੈ। ਜਾਚੜੀ ਸਾ ਸਾਰ ਜੋ ਜਾਚੰਦੀ ਹੇਕੜੋ, ਉਹਦੇ ਕੋਲੋਂ ਉਸ ਮਾਲਕ ਦੀ ਹੀ ਮੰਗ ਕਰ ਲਾ। ਉਹ ਬਾਦਸ਼ਾਹ ਕੋਲੋਂ ਬਾਦਸ਼ਾਹ ਨੂੰ ਹੀ ਮੰਗ ਲਾ, ਉਹਦੀ ਸਾਰੀਆਂ ਚੀਜ਼ਾਂ ਉਹਦੇ ਨਾਲ ਹੀ ਆ ਜਾਣਗੀਆਂ। ਜਾਚੜੀ ਸਾ ਸਾਰ, ਔਰ ਉਹ ਕਿਵੇਂ ਆਉਂਦਾ ਹੈ ਬਾਦਸ਼ਾਹ? ਉਹ ਆਉਂਦਾ ਹੈ ਜਿਹੜਾ ਉਹਦੀ ਭਗਤੀ ਕਰਦਾ ਹੈ। ਉਸ ਦੇ ਕੋਲੋਂ ਫਿਰ ਭਗਤੀ ਮੰਗ ਲਾ। ਭਗਤੀ ਦੇ ਨਾਲ ਉਹ ਬਾਦਸ਼ਾਹ ਆ ਜਾਂਦਾ ਹੈ। ਆਹੀ ਮੰਗ ਜਿਹੜੀ ਹੈਗੀ, ਆਹੀ ਜਾਚਨਾ ਜਿਹੜੀ ਹੈਗੀ ਆ, ਸਾਰ ਹੈਗੀ ਆ। ਪੰਜਵੀਂ ਪਾਤਸ਼ਾਹੀ ਕਹਿ ਰਹੀ ਅੱਗੇ ਦੱਸ ਰਿਹਾ ਅਗਲੀ ਲਾਈਨ ਦੇ ਵਿੱਚ, ਗੱਲ ਹੀ ਬੀਆ ਵਿਕਾਰ, ਹੋਰ ਗੱਲਾਂ ਹੋਰ ਮੰਗਾਂ ਵਿਕਾਰ ਹੈਗੀਆਂ। ਬਾਕੀ ਚੀਜ਼ਾਂ ਦੇ ਨਾਲ ਵਿਕਾਰ ਹੀ ਵਧੂਗੇ। ਨਾਨਕ ਧਣੀ ਵਿਹੂਣੀਆਂ, ਉਹ ਧਣੀ ਤੋਂ, ਉਸ ਮਾਲਕ ਪਰਮਾਤਮਾ ਤੋਂ ਵਿਹੂਣੀ। ਕੋਈ ਵੀ ਚੀਜ਼ ਜਿਹੜੀ ਹੈਗੀ ਉਹ ਮਾਲਕ ਦੀ ਬਣਾਈ ਹੋਈ ਆ, ਉਹ ਚੋਗਾ ਹੈਗਾ, ਉਹ ਜਿਹੜਾ ਹੈਗਾ ਉਹਦੇ ਵਿੱਚ ਜਿਹੜੇ ਹੈਗੇ ਵਿਕਾਰ ਵਧਣੇ ਆ। ਉਹਦੇ ਨਾਲ ਉਹਦੇ ਵਿੱਚ ਜਿਹੜਾ ਹੈਗਾ ਸੰਤੋਸ਼ ਨਾਮ ਦੀ ਚੀਜ਼ ਨਹੀਂ ਹੈ, ਸੈਟਿਸਫੈਕਸ਼ਨ ਹੈ ਨਹੀਂਗਾ। ਸਵਾਦ ਪਾਇਆ ਹੋਇਆ ਮਾਲਕ ਨੇ, ਹੋਰ ਦੁਨੀਆ ਦੇ ਪਦਾਰਥ ਜੋ ਕੁਛ ਵੀ ਮੰਗੇਗਾ। ਗੱਲ ਹੀ ਬੀਆ ਵਿਕਾਰ ਨਾਨਕ ਧਣੀ ਵਿਹੂਣੀਆਂ, ਉਸ ਧਣੀ ਤੋਂ, ਉਸ ਮਾਲਕ ਪਰਮਾਤਮਾ ਤੋਂ ਇਲਾਵਾ ਮਹੱਲਾ ਪੰਜਵਾਂ। ਨਿਹ ਜੇ ਵਿਦਾ ਮਨ ਪਛਾਣੂ ਵਿਰਲੋ ਥਿਓ। ਕਹਿੰਦੇ ਜਿਹਨੇ ਇਹ ਜਾਚਨਾ ਕੀਤੀ, ਜਿਹਦੇ ਅੰਦਰ ਪਰਮਾਤਮਾ ਦਾ ਪਿਆਰ ਪੈਦਾ ਹੋ ਗਿਆ, ਜਿਹੜਾ ਪਰਮਾਤਮਾ ਦੇ ਨਾਲ ਪਛਾਣੂ ਹੋ ਗਿਆ, ਕਹਿੰਦੇ ਉਹ ਤਾਂ ਬਹੁਤ ਹੀ ਵਿਰਲਾ ਹੁੰਦਾ ਹੈ। ਨਹੀਂ ਜੇ ਵਿਦਾ ਮਨ, ਜਿਹਦੇ ਮਨ ਦੇ ਅੰਦਰੋਂ ਜਿਹਦਾ ਪਰਮੇਸ਼ਰ ਦੇ ਨਾਲ ਪਿਆਰ ਦੇ ਵਿੱਚ ਵਿੱਧ ਗਿਆ, ਜਿਹੜਾ ਵਿੰਨਿਆ ਗਿਆ ਪਿਆਰ ਦੇ ਵਿੱਚ, ਉਸ ਮਾਲਕ ਪਰਮਾਤਮਾ ਦੇ ਪਿਆਰ ਦੇ ਵਿੱਚ ਜਿਹੜਾ ਵਿੰਨਿਆ ਗਿਆ, ਪਛਾਣੂ ਹੋ ਗਿਆ, ਕਹਿੰਦੇ ਉਹ ਤਾਂ ਬਹੁਤ ਵਿਰਲਾ ਹੀ ਹੁੰਦਾ ਹੈ ਭਾਈ। ਪਛਾਣੂ ਵਿਰਲੋ ਥੀਓ, ਕੋਈ ਟਾਵਾਂ ਜਿਹੜਾ ਹੈਗਾ ਉਹ ਪਛਾਣੂ ਹੁੰਦਾ ਹੈ। ਜਿਹੜਾ ਸਰੀਰ ਦੀ ਜਿਹੜੀ ਖਿੱਚ, ਪਦਾਰਥਾਂ ਦੀ ਖਿੱਚ ਤੋਂ ਉੱਪਰ ਉੱਠ ਕੇ ਜਿਹੜਾ ਪਰਮੇਸ਼ਰ ਦੀ ਮੰਗ ਕਰਦਾ ਹੈ, ਉਹਦੇ ਨਾਮ ਦੀ ਮੰਗ ਕਰਦਾ ਹੈ, ਉਹਦਾ ਫਿਰ ਪਿਆਰ ਪੈਦਾ ਹੋ ਜਾਂਦਾ ਹੈ ਪਰਮੇਸ਼ਰ ਦੇ ਨਾਲ, ਪਛਾਣੂ ਹੋ ਜਾਂਦਾ ਹੈ ਮਾਲਕ ਦਾ। ਕਹਿੰਦੇ ਉਹ ਵਿਰਲਾ ਹੁੰਦਾ ਹੈ। ਪਰ ਜਿਹੜਾ ਹੁੰਦਾ ਹੈ ਉਹ ਕੌਣ ਹੁੰਦਾ ਹੈ? ਜੋੜਨ ਹਾਰਾ ਸੰਤ ਨਾਨਕ ਪਾਦਰ ਪੱਧਰੋ। ਕਹਿੰਦੇ ਉਹ ਸੰਤ ਹੁੰਦਾ ਹੈ ਭਾਈ, ਪੱਧਰਾ ਰਸਤਾ ਦੱਸਦਾ ਹੈ। ਉਹ ਪਰਮੇਸ਼ਰ ਦੇ ਨਾਲ ਜੋੜਨ ਹਾਰਾ ਹੋ ਜਾਂਦਾ ਹੈ।
ਉਹ ਸ਼ਾਂਤ ਹੋ ਜਾਂਦਾ ਹੈ, ਉਹਦਾ ਕੰਟਰੋਲ ਹੋ ਜਾਂਦਾ ਹੈ ਆਪਣੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਦੇ ਉੱਤੇ। ਜੋੜਨ ਹਾਰਾ ਸੰਤ ਨਾਨਕ ਪਾਦਰ ਪੱਧਰੋ। ਕਹਿੰਦੇ ਬਿਲਕੁਲ ਪੱਧਰਾ ਰਸਤਾ ਹੈਗਾ, ਬਿਲਕੁਲ ਪੱਧਰਾ ਰਸਤਾ ਹੈਗਾ। ਪੌੜੀ ਸੋਈ ਸੇਵਿਓ ਜੀੜੇ ਦਾਤਾ ਬਖਸ਼ਿੰਦ। ਇਸ ਕਰਕੇ ਹੇ ਮੇਰੇ ਜੀ, ਹੇ ਮੇਰੇ ਮਨ, ਉਸੇ ਮਾਲਕ ਪਰਮਾਤਮਾ ਨੂੰ ਉਹਦੀ ਸੇਵਾ ਕਰ, ਉਸੇ ਮਾਲਕ ਪਰਮਾਤਮਾ ਦੀ ਸੇਵਾ ਕਰ ਜਿਹੜਾ ਸਾਰੀਆਂ ਦਾਤਾਂ ਦੇਣ ਵਾਲਾ ਹੈ ਔਰ ਜਿਹੜਾ ਬਖਸ਼ਿਸ਼ ਕਰਨ ਵਾਲਾ ਹੈ। ਸੋਈ ਸੇਵਿਓ ਜੀੜੇ ਦਾਤਾ ਬਖਸ਼ਿੰਦ। ਕਿਲਵਿਖ ਸਭ ਵਿਨਾਸ਼ ਹੋਣ ਸਿਮਰਤ ਗੋਬਿੰਦ। ਉਸੇ ਮਾਲਕ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ, ਉਹਨੂੰ ਸਮਰਨ ਕਰਨ ਦੇ ਨਾਲ ਸਾਰੇ ਦੇ ਸਾਰੇ ਕੀਤੇ ਹੋਏ ਪਾਪ ਜਿਹੜੇ ਹੈਗੇ ਨਾਸ ਹੋ ਜਾਂਦੇ ਆ। ਕਿਲਵਿਖ ਸਭੇ ਵਿਨਾਸ਼ ਹੋਣ ਸਿਮਰਤ ਗੋਬਿੰਦ। ਔਰ ਕਿਵੇਂ ਉਹਦਾ ਸਿਮਰਨ ਕਰਨਾ ਹੈ, ਕਿਵੇਂ ਉਹਦੇ ਨੇੜੇ ਹੋਣਾ ਹੈ? ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ। ਆਹ ਮਾਰਗ ਦੱਸਤਾ ਭਾਈ, ਆ ਪੱਧਰਾ ਰਸਤਾ ਦੱਸਤਾ। ਬਿਲਕੁਲ ਸਾਧੂ ਨੇ ਦੱਸਤਾ, ਜਿਨ੍ਹਾਂ ਨੇ ਸਾਧਨਾ ਕੀਤੀ ਹੈ, ਜਿਹੜੇ ਇਸ ਰਸਤੇ ਤੇ ਤੁਰੇ ਆ, ਜਿਨ੍ਹਾਂ ਨੇ ਸਫਲਤਾ ਪ੍ਰਾਪਤ ਕਰ ਲਈ ਹੈ, ਜਿਨ੍ਹਾਂ ਨੇ ਆਪਣੇ ਮਨ ਨੂੰ ਵਸ ਕਰ ਲਿਆ, ਉਹਨਾਂ ਨੇ ਜਿਹੜਾ ਹੈਗਾ ਹਰ ਮਾਰਗ, ਉਹ ਰਸਤਾ ਜਿਹੜਾ ਪਰਮੇਸ਼ਰ ਵੱਲ ਨੂੰ ਜਾਂਦਾ ਹੈ। ਹਰ ਮਾਰਗ ਸਾਧੂ ਦੱਸਿਆ, ਕੀ ਦੱਸਿਆ? ਜਪੀਏ ਗੁਰਮੰਤ। ਕਹਿੰਦੇ ਜੋ ਗੁਰੂ ਨੇ ਮੰਤਰ ਦਿੱਤਾ, ਜੋ ਗੁਰੂ ਕਹਿ ਰਹੇ ਆ। ਗੁਰਮੰਤ ਕੀ ਹੈ? ਜੋ ਗੁਰੂ ਨੇ ਸ਼ਬਦ, ਸੁਰਤ ਦੀ ਖੇਡ, ਧਿਆਨ ਸਿਮਰਨ ਜੋ ਦੱਸਿਆ ਆ, ਆਪਣੇ ਅੰਦਰ ਵੜਨਾ, ਆਪਣੇ ਮਨ ਨੂੰ ਖੜਾ ਕਰਨਾ, ਆਪਣੇ ਵਿਚਾਰ ਬੰਦ ਕਰਨੇ। ਆਹ ਜਿਹੜਾ ਮਾਰਗ ਦੱਸਿਆ ਆ ਭਾਈ, ਆਹ ਗੁਰਮੰਤਰ ਜਿਹੜਾ ਦਿੱਤਾ ਹੈ, ਇਸ ਦੇ ਉੱਤੇ ਅਮਲ ਕਰ ਲਾ। ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ। ਕਹਿੰਦੇ ਇਸ ਤੇ ਚੱਲ, ਇਸ ਮਾਰਗ ਦੇ ਉੱਤੇ। ਮਾਇਆ ਸਵਾਦ ਸਭ ਫੀਕਿਆ ਹਰ ਮਨ ਭਾਵੰਦ। ਔਰ ਮਾਇਆ ਦੇ ਸਵਾਦ ਜਿਹੜੇ ਹੈਗੇ ਉਹ ਫਿੱਕੇ ਆ ਭਾਈ, ਸਾਰੇ ਦੇ ਸਾਰੇ। ਮਾਇਆ ਦੇ ਵਿੱਚ ਸਵਾਦ ਹੀ ਹੈਗੇ ਆ, ਔਰ ਉਹ ਜਿਹੜੇ ਫਿੱਕੇ ਹੋ ਜਾਂਦੇ ਆ ਮਾਇਆ ਦੇ ਸਵਾਦ। ਮਾਇਆ ਸਵਾਦ ਸਭ ਫਿੱਕਿਆ ਹਰ ਮਨ ਭਾਵੰਦ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਉਹਦਾ ਹੀ ਸਵਾਦ ਹੈਗਾ ਭਾਈ। ਉਹੀ ਮਨ ਨੂੰ ਜਿਹੜਾ ਹੈਗਾ ਭਾ ਜਾਏਗਾ ਤੇ ਨਾਮ ਦਾ ਸਵਾਦ ਆ ਜਾਏਗਾ। ਧਿਆਏ ਨਾਨਕ ਪਰਮੇਸ਼ਰ ਹੈ ਜਿਨ ਦਿੱਤੀ ਜਿੰਦ। ਹੈ ਇਨਸਾਨ, ਉਸ ਮਾਲਕ ਪਰਮਾਤਮਾ ਦਾ, ਪਰਮੇਸ਼ਰ ਦਾ ਧਿਆਨ ਕਰ ਲਾ। ਇਹ ਮਾਇਆ ਦਾ ਜਿਹੜੇ ਹੈਗੇ, ਮਾਇਆ ਦਾ ਧਿਆਨ ਘੱਟ ਕਰ ਦੇ। ਮਾਲਕ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆ। ਧਿਆਏ ਨਾਨਕ ਪਰਮੇਸ਼ਰ ਹੈ ਜਿਨੇ ਦਿੱਤੀ ਜਿੰਦ। ਜਿਸਨੇ ਕਿ ਇਹ ਤੈਨੂੰ ਆ ਜਾਨ ਦਿੱਤੀ ਆ, ਇਹ ਸਰੀਰ ਦਿੱਤਾ ਆ, ਸੁਰਤ ਮਤ ਮਨ ਬੁੱਧ, ਆ ਸਾਰੇ ਤੈਨੂੰ ਜਿਹੜੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ, ਸਾਰਾ ਬੁੱਧੀ ਮਤ ਸਾਰਾ ਕੁਝ ਦਿੱਤਾ ਹੈ। ਜਿਸ ਮਾਲਕ ਪਰਮਾਤਮਾ ਨੇ ਪਰਿਵਾਰ ਦਿੱਤਾ ਹੈ, ਹਵਾ ਪਾਣੀ ਸਾਰਾ ਕੁਝ ਦੇ ਰਿਹਾ ਹੈ, ਉਸ ਪਰਮੇਸ਼ਰ ਦਾ ਧਿਆਨ ਕਰ ਪਾਏ, ਉਹਨੂੰ ਜੀਵਨ ਦੇ ਵਿੱਚ ਲੈ ਕੇ ਆ। ਇਸ ਤੋਂ ਅੱਗੇ ਜਿਹੜਾ ਹੈਗਾ ਅਗਲਾ ਸ਼ਲੋਕ ਮਹੱਲਾ ਪੰਜਵਾਂ। ਵਤ ਲੱਗੀ ਸੱਚੇ ਨਾਮ ਕੀ ਜੋ ਬੀਜੇ ਸੋ ਖਾਏ। ਆ ਜਿਹੜਾ ਮਨੁੱਖੀ ਸਰੀਰ ਹੈਗਾ, ਆ ਜਿਹੜਾ ਆਪਾਂ ਨੂੰ ਬਾਰੀ ਮਿਲੀ ਹੋਈ ਆ, ਇਹ ਜਿਹੜੀ ਹੈ ਇਹਦੇ ਵਿੱਚ ਵੱਤ ਹੈਗੀ। ਵੱਤ ਜਿਹੜੇ ਜ਼ਿਮੀਂਦਾਰ ਜਾਣਦਾ ਹੈ, ਵੱਤ ਦਾ ਮਤਲਬ ਕੀ ਹੁੰਦਾ ਹੈ ਭਾਈ। ਬਿਲਕੁਲ ਗਿੱਲ ਵੀ ਹੈਗੀ ਆ, ਸਾਰਾ ਕੁਝ ਹੈਗਾ, ਬਸ ਬੀਜਣ ਦੀ ਕਸਰ ਹੈਗੀ ਆ। ਇਹ ਨਾਮ ਦੇ ਬੀਜਣ ਦੀ ਰੁੱਤ ਹੈਗੀ ਆ। ਵੱਤ ਲੱਗੀ ਸੱਚੇ ਨਾਮ ਕੀ। ਜੇ ਵੱਤ ਖੁੰਝ ਜਾਏ ਤੇ ਬਸ ਫਿਰ ਜਿਹੜਾ ਹੈਗਾ ਜ਼ਮੀਨ ਜਿਹੜੀ ਹੈਗੀ ਸੁੱਕ ਜਾਂਦੀ ਹੈ। ਜੇ ਜਾਂ ਜ਼ਿਆਦਾ ਮੀਂਹ ਪੈ ਜੇ ਤਾਂ ਵੀ ਜਿਹੜੀ ਹੈਗੀ ਆ ਨਹੀਂ ਉੱਗਦੀ ਫਸਲ, ਮਰ ਜਾਂਦੀ ਹੈ ਫਸਲ।
ਸ਼ਲੋਕ ਮਹੱਲਾ ਪੰਜਵਾਂ। ਵਤ ਲੱਗੀ ਸੱਚੇ ਨਾਮ ਕੀ, ਜੋ ਬੀਜੇ ਸੋ ਖਾਏ। ਜਿਹੜਾ ਵੀ ਬੀਜੂ, ਜੋ ਕੁਛ ਵੀ ਬੀਜਾਂਗੇ ਆਪਾਂ, ਜਿਹੜਾ ਵੀ ਬੀਜੂਗਾ ਇਹ ਨਾਮ ਉਹ ਖਾਊਗਾ ਭਾਈ। ਤਿਸੈ ਪ੍ਰਾਪਤ ਨਾਨਕਾ, ਜਿਸ ਨੂੰ ਲਿਖਿਆ ਆਹੇ। ਇਹ ਜਿਹੜੀ ਹੈਗੀ ਦਾਤ ਜਿਹੜੀ ਹੈਗੀ ਉਸ ਨੂੰ ਹੀ ਮਿਲਦੀ ਆ ਜਿਹਦੇ ਭਾਗਾਂ ਦੇ ਵਿੱਚ ਲਿਖਿਆ ਹੁੰਦਾ ਹੈ। ਜਿਹੜਾ ਔਰ ਲਿਖਣਾ ਪਰਮਾਤਮਾ ਨੇ ਹੈਗਾ, ਔਰ ਲਿਖਤ ਹੁੰਦੀ ਆ ਜਦ ਜਿਹੜਾ ਹੈਗਾ ਆਪਣੀ ਜਿਹੜੀ ਹੈਗੀ ਜ਼ਰੂਰਤ ਜਿਹੜੀ ਹੈਗੀ ਆਪਾਂ ਅੰਦਰੋਂ ਜਿਹੜੀ ਹੈਗੀ ਜ਼ਰੂਰਤ ਹੁੰਦੀ ਆ, ਤਾਂ ਉਹ ਮਾਲਕ ਪਰਮਾਤਮਾ ਲਿਖਦਾ ਹੈ ਭਾਈ। ਇਹ ਦਾਤ ਜਿਹੜੀ ਹੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਜਿਹਨੂੰ ਇਹ ਦਾਤ ਪਾਉਂਦੀ ਹੈ ਉਹਨੂੰ ਦਿੰਦਾ ਹੈ ਮਾਲਕ ਪਰਮਾਤਮਾ। ਤਿਸੈ ਪ੍ਰਾਪਤ ਨਾਨਕਾ, ਜਿਸ ਨੂੰ ਲਿਖਿਆ ਆਹੇ। ਜਿਹਨੂੰ ਲਿਖਿਆ ਹੈ ਭਾਈ, ਜਿਹਨੇ ਮਾਲਕ ਨੂੰ ਸੈਟਿਸਫਾਈ ਕਰ ਦਿੱਤਾ ਬਈ ਮੈਂ ਜੈਨੂਇਨ, ਮੈਨੂੰ ਚਾਹੀਦੀ ਆ। ਸੁਖਵਿੰਦਰ ਜੀ ਜੇ ਤੁਸੀਂ ਆ ਸਕਦੇ ਹੋ ਤਾਂ ਦੇਖ ਲਓ। ਹਾਂਜੀ ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੌਰੀ ਮੈਂ ਕਿਤੇ ਬਾਅਦ ਚ ਮੈਂ ਲੇਟ ਹੋ ਗਿਆ। ਹਾਂਜੀ ਮੈਂ ਬੋਲਦਾ। ਇਹਦੇ ਚ ਕੀ ਹੈ ਨਿਜੇ ਸਾਹਿਬ ਕਿ ਉਹ ਵੱਤ ਲੱਗੀ ਹਨਾ ਜੀ, ਉਹ ਕਹਿੰਦੇ ਮੌਸਮ ਹੈ ਹੁਣ ਤੇਰਾ ਬੀਜਣ ਦਾ, ਵੱਤ ਆ ਗਿਆ ਸਾਰਾ ਕੁਝ। ਹਾਂ, ਨਾਮ ਬੀਜਣ ਦਾ ਕਹਿੰਦੇ ਵੱਤ ਆ ਗਿਆ ਹੁਣ ਸੱਚੇ ਨਾਮ ਦਾ, ਜੇ ਤੂੰ ਬੀਜ ਲਏਗਾ ਤਾਂ ਤੈਨੂੰ ਮਿਲ ਜੂਗਾ ਸਾਰਾ ਕੁਝ। ਬਿਲਕੁਲ। ਤੇ ਕਹਿੰਦੇ ਵੀ ਜੇ ਤੂੰ ਉਹ ਹੈ ਕਾਹਦੀ ਵੱਤ, ਸੱਚੇ ਨਾਮ ਦੇ ਬੀਜਣ ਦੀ, ਬੀਜ ਬੀਜਣ ਦੀ। ਉਹ ਪੁੰਗਰ ਤਾਂ ਜਾਣਾ ਹੀ ਹੈ, ਪਰ ਤੇਰੇ ਵੱਲੋਂ ਕਸਰ ਹੈ। ਬਿਲਕੁਲ। ਉਹ ਸਾਡੇ ਵੱਲੋਂ ਹੀ ਕਸਰ ਹੈ ਕਿ ਵੀ ਤੁਸੀਂ ਬੀਜਦੇ ਨਹੀਂ। ਉਹ ਕਹਿੰਦੇ ਜਿਹਾ ਬੀਜਿਆ ਤਿਹਾ ਲੁਣੇ, ਕਰਮਾ ਸੰਦਰਾ ਖੇਤ। ਤੇ ਜਾਂ ਆਪਣਾ ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਇਆ ਏ। ਬਿਲਕੁਲ। ਉਹ ਹੁਣ ਚਾਹੇ ਹੁਣ ਬੀਜ ਲੈ, ਚਾਹੇ ਤੇਰਾ ਪੁਰਾਣਾ ਬੀਜਿਆ ਹੋਇਆ, ਅੰਕੁਰਿਤ ਹੁਣ ਹੋਇਆ, ਪੂਰਵ ਜਨਮ ਦਾ, ਇਸ ਜਨਮ ਦਾ, ਪੁਰਾਣੇ ਸਮੇਂ ਦਾ, ਅਤੀਤ ਦਾ, ਫਲ ਤਾਂ ਤੈਨੂੰ ਮਿਲਣਾ ਹੀ ਹੈ। ਭਾਗ ਤੇਰੇ ਬਣਨੇ ਆ ਉਹਦੇ ਨਾਲ। ਇਹ ਗਰੰਟੀ ਦੇ ਰਹੇ ਨੇ ਗੁਰਬਾਣੀ ਜਿਹੜੀ ਹੈ, ਗਰੰਟੀ ਦੇ ਰਹੀ ਹੈ ਸਾਨੂੰ ਕਿ ਉਹ ਮਿਲਣਾ ਉਹਨੂੰ ਹੈ ਜਿਹਨੇ ਲਿਖ ਲਏ ਲੇਖੇ। ਬਿਲਕੁਲ। ਉਹ ਲੇਖ ਲਿਖਣ ਵਾਸਤੇ ਆਪਾਂ ਬੈਠੇ ਆ, ਆਹ ਲੇਖ ਹੀ ਲਿਖ ਰਹੇ ਆ। ਹਾਂ, ਜੇ ਲਿਖਿਆ ਨਹੀਂ ਹੈਗਾ ਉਸ ਵਸਤੂ ਦਾ ਤੇ ਮਹਾਰਾਜ ਕਹਿੰਦੇ ਆ ਭਾਈ ਫਿਰ ਮੰਗ ਕਰ ਨਾ, ਮੰਗ ਕਰ। ਬਿਲਕੁਲ। ਹਾਂ ਫਲੈਟ ਹੋ। ਹਾਂ, ਤੂੰ ਆਪਣੇ ਆਪ ਨੂੰ ਬੀਜਣ ਦਾ ਯਤਨ ਤਾਂ ਕਰ, ਇੱਕ ਕਦਮ ਤਾਂ ਤੁਰ। ਤੇ ਉਹ ਤਾਂ ਤਿਆਰ ਖੜਾ ਹੈ। ਉਹ ਤਾਂ ਮਤਲਬ ਉਹ ਕਹਿੰਦਾ ਵੀ ਤੂੰ ਆਓ, ਕੋਈ ਤਾਂ ਆਵੇ ਨਿੱਤਰ ਕੇ। ਬਿਲਕੁਲ ਸਹੀ ਗੱਲ ਹੈ। ਤੇ ਉਹ ਮਾਲਕ ਦੇਖੋ ਕਿੰਨਾ ਸ਼ਬਦ ਜ਼ਬਰਦਸਤ ਹੈ ਕਿ ਵੀ ਉਹ ਬੀਜਣ ਦਾ ਸਮਾਂ ਹੈ। ਹੁਣ ਤੇਰੀ ਇਹ ਰੁੱਤ ਹੈ, ਇਹ ਭਲੀ ਰੁੱਤ ਹੈ ਇਹ। ਬਸ ਜਦ ਤੱਕ ਆਪਣਾ ਬੀਜ ਲੈ, ਕਿਉਂਕਿ ਅੱਜ ਤਾਂ ਸਵਾਸ ਤਾਂ ਮੁੱਕਦੇ ਜਾ ਰਹੇ। ਬਸ ਜਦ ਤੱਕ ਸਵਾਸ ਹੈਗੇ ਤਦ ਤੱਕ ਰੁੱਤ ਹੈਗੀ ਭਾਈ। ਬਿਲਕੁਲ ਬਿਲਕੁਲ ਜੀ। ਅੱਗੇ ਜਿਹੜਾ ਹੈਗਾ ਮਹੱਲਾ ਪੰਜਵਾਂ। ਮੰਗਣਾ ਤਾਂ ਸੱਚ ਨਾ, ਸੱਚ ਇੱਕ, ਜਿਸ ਤੁਸ ਦੇਵੇ ਆਪ। ਆ ਦੇਖੋ ਕੀ ਕਹਿ ਰਿਹਾ, ਕਹਿੰਦੇ ਨਹੀਂ ਤੇਰੇ ਭਾਗਾਂ 'ਚ ਲਿਖਿਆ ਨਾ ਤੇ ਮੰਗ ਕਰ। ਮੰਗਣਾ ਇਮੀਡੀਏਟਲੀ। ਦੂਸਰਾ ਆ ਸ਼ਲੋਕ ਲਗਾਇਆ ਮਹਾਰਾਜ ਨੇ, क्योंकि कोई इंसान पैसिमिस्ट हो जाएगा, कहेगा भाई मैं तो मेरी तो लिखत नहीं है, भाई मेरे तो नहीं हैगा, भाई मेरे भागां च है नहीं गा। महला पंजवां। मंगना तो सच एक, जिस तुस देवे आप। कहते मंगना तो आ मंग ला प्यारिया, आ मंग ला। मालक परमात्मा तो जिहड़ा हैगा दोनों झोली पूरी भर देगा। जित खादै मन तृप्ति है, नानक साहिब दात। आया साहिब दी दात, ਆਇਆ ਮੰਗਣ ਤੋਂ ਬਗੈਰ ਨਹੀਂ ਦਿੰਦਾ ਮਾਲਕ ਪਰਮਾਤਮਾ, ਹਰੇਕ ਨੂੰ ਨਹੀਂ ਦਿੰਦਾ ਇਹ ਦਾਤ। ਕਹਿੰਦਾ ਜਿਹੜਾ ਮੰਗੂਗਾ, ਜਿਹੜੀ ਜੈਨੂਇਨ ਮੰਗ ਹੋਏਗੀ, ਜਿਹਨੂੰ ਚਾਹੀਦੀ ਹੈ ਦਾਤ, ਉਹਨੂੰ ਦਊਂਗਾ ਮੈਂ, ਭਰਪੂਰ ਦਊਂਗਾ। ਜਿਤ ਖਾਦੇ ਮਨ ਤ੍ਰਿਪਤੀ। ਔਰ ਗਰੰਟੀ ਲੈ ਰਹੇ ਪੰਜਵੀਂ ਪਾਤਸ਼ਾਹੀ ਸ਼ਬਦ ਕਿ ਇਹਦੇ ਨਾਲ ਮਨ ਤ੍ਰਿਪਤ ਹੋ ਜਾਏਗਾ ਤੇਰਾ ਮਨ ਜਿਹੜਾ ਹੈਗਾ। ਕਦੀ ਵੀ ਇੰਨੇ ਜਨਮ ਹੋ ਗਏ ਆ, ਕਰੋੜਾਂ ਜਨਮ ਲੈ ਕੇ ਤ੍ਰਿਪਤੀ ਨਹੀਂ ਆਏ, ਤੇ ਗਰੰਟੀ ਲੈ ਰਹੇ ਪੰਜਵੀਂ ਪਾਤਸ਼ਾਹੀ, ਸਰਟੀਫਾਈ ਕਰ ਰਹੇ, ਕਹਿੰਦੇ ਕਿ ਇਹਦੇ ਨਾਲ ਮਨ ਤੇਰਾ ਤ੍ਰਿਪਤ ਹੋ ਜਾਏਗਾ। ਆਇਆ ਨਾਨਕ ਸਾਹਿਬ ਦਾਤ, ਆਇਆ ਮਾਲਕ ਦੀ ਦਾਤ। ਹਾਂਜੀ ਸੁਖਵਿੰਦਰ ਜੀ। ਬਿਲਕੁਲ ਠੀਕ ਹੈ ਜੀ। ਉਹ ਨਾਲ ਹੀ ਕਹਿਤਾ ਉਹਨਾਂ ਨੇ, ਕਹਿੰਦੇ ਫਿਰ ਮੰਗਣ ਦੀ ਜਾਂਚ ਸਿੱਖ। ਤੂੰ ਕਰ ਲੈਣਾ ਸਿੱਖ, ਕਿੱਦਾਂ ਲੈਣਾ। ਉਹ ਤਾਂ ਤਿਆਰ ਖੜਾ, ਉਹਨੇ ਤਾਂ ਤੁਸ ਜਾਣਾ। ਤੂੰ ਤੁਸ ਕਦੋਂ ਜਾਊਗਾ।
ਉਹਨੂੰ ਖੁਸ਼ ਕਰਾਂਗੇ। ਉਹ ਖੁਸ਼ ਕਰਨ ਦਾ ਤਰੀਕਾ ਕੀ ਹੈ? ਉਹ ਖੁਸ਼ ਕੋ ਉਹਨੂੰ ਥੋੜੀ ਕੀ, ਉਹਦਾ ਅੰਦਰ ਹੀ ਹੈ ਤੇਰੇ ਸਾਰਾ ਕੁਝ। ਉਹ ਖੁਸ਼ ਕਰਨ ਦਾ ਤਰੀਕਾ ਕੀ? ਉਹਦੀ ਉਸਤਤ ਕਰ ਜੀਵਾਂ ਕਿ ਮਾਲਕਾ ਤੂੰ ਮੈਨੂੰ ਸਵਾਸ ਦਿੱਤੇ, ਤੂੰ ਮੈਨੂੰ ਆ ਘੜੀਆਂ ਬਖਸ਼ੀਆਂ, ਤੂੰ ਮੈਨੂੰ ਇਹ ਸਰੀਰ ਬਖਸ਼ਿਆ, ਤੇਰਾ ਮੈਂ ਧੰਨਵਾਦ ਨਾ ਕਰਾਂ? ਮੈਂ ਤਾਂ ਬਲਿਹਾਰ ਜਾ ਰਿਹਾ। ਇਹ ਕਰਦੇ ਕਰਦੇ ਜਦੋਂ ਤੂੰ ਵਿਚਾਰਾਂ ਤੋਂ ਦੇ ਵਿੱਚੋਂ ਤੇਰੇ ਨਿਕਲ ਜੂਗਾ ਇਹ ਕਿ ਵੀ ਉਹ ਮੈਂ ਤਾਂ ਕੁਝ ਹੋਰ ਕਿ ਉਹ ਸਾਰੀ ਖੇਡ ਮੈਂ ਕੌਣ ਆਂਦੀ ਹੈ, ਮੈਂ ਕੌਣ ਆ, ਮੈਂ ਕੀ ਕਰਨ ਆਇਆ ਇੱਥੇ, ਮੇਰਾ ਪਰਪਸ ਕੀ ਹੈ ਇੱਥੇ। ਜਦ ਤੈਨੂੰ ਇਹ ਸਮਝ ਲੱਗ ਗਈ, ਉਹ ਤੁਸ ਜਾਣਾ ਉਹਨੇ। ਜਦੋਂ ਤੂੰ ਫਲੈਟ ਹੋ ਕੇ ਮੰਗਿਆ ਨਾ ਉਹਦੇ ਕੋਲੋਂ ਕਿ ਮਾਲਕਾ ਮੇਰੇ ਬਸ ਦੀ ਗੱਲ ਨਹੀਂ, ਮੈਂ ਨਹੀਂ ਇਹ ਬੇੜੀ ਚਲਾ ਸਕਦਾ, ਮੇਰੇ ਕੋਲ ਚੱਕੂ ਨਹੀਂ ਚੱਲਦੇ ਹੁਣ ਬਸ। ਉਹ ਜਦੋਂ ਹੀ ਡਾਊਨ ਆਇਆ, ਮਤਲਬ ਉਹ ਜਿਵੇਂ ਕਬੀਰ ਸਾਹਿਬ ਵੀ ਕਹਿੰਦੇ ਨਾ ਕਿ ਰੋੜਾ ਹੋਇਆ ਵਾਟਕਾ, ਪਹਿਲਾਂ ਰੋੜਾ ਬਣਿਆ, ਰੇਤਾ ਬਣਿਆ, ਹੌਲੀ ਪਾਣੀ ਬਣਿਆ, ਫਲੈਟ ਹੋ ਗਿਆ ਬਿਲਕੁਲ। ਜਦੋਂ ਬਿਲਕੁਲ ਹੀ ਉਹਦੇ ਵਿੱਚ ਤੂੰ ਮਰਜ ਹੋ ਗਿਆ, ਤੂੰ ਬਿਲਕੁਲ ਵੀ ਮੈਂ ਤਾਂ ਕੁਛ ਹੈ ਹੀ ਨਹੀਂ। ਮੈਂ ਆਪਣੇ ਆਪ ਨੂੰ ਵਿੱਚੋਂ ਜਿਹੜੀ ਮੇਰੀ ਬੁੱਧੀ ਰੁਕਾਵਟ ਪਾ ਕੇ ਜਿਹਨੂੰ ਕਹਿੰਦੇ ਨਾ ਚੋਇਸਿਸ ਦਿੰਦੀ ਸੀ ਵੀ ਆਹ ਠੀਕ ਹੈ, ਆਹ ਗਲਤ ਹੈ, ਆਹ ਠੀਕ ਹੈ, ਆਹ ਗਲਤ ਹੈ, ਉਹ ਜਦੋਂ ਵਿੱਚੋਂ ਹਟ ਗਈ ਤੇ ਉਹ ਡਾਇਰੈਕਟ ਕਮਿਊਨੀਕੇਸ਼ਨ ਸਟਾਰਟ ਹੋ ਗਿਆ। ਤੇ ਉਹ ਕਹਿੰਦੇ ਵੀ ਤੂੰ ਬਸ ਮੰਗਣ ਦੀ ਜਾਚ ਸਿੱਖ। ਉਹਦੇ ਨਾਲ ਤੇਰਾ ਮਨ ਜਿਹੜਾ ਹੈਗਾ, ਜਦੋਂ ਉਹ ਸਿੱਧਾ ਡਾਇਰੈਕਟ ਪ੍ਰਮਾਤਮਾ ਖੁਦ ਉਤਰੂਗਾ ਤੇਰੇ ਅੰਦਰ, ਫਿਰ ਤੇਰੀ ਤ੍ਰਿਪਤੀ ਹੋਣੀ ਆ। ਆਹ ਜਿਹੜੇ ਮਤਲਬ ਇਹ ਜਿਹੜੇ ਬਾਕੀ ਦੇ ਖਾਣ ਪੀਣ ਹੋਰ ਖਾਦਾ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਹਨਾ, ਉਹ ਜਿੱਤ ਖਾਦੇ ਤਨ ਪੀੜੀ ਹੈ ਜਾਂ ਮਨ ਮੇ ਚੱਲੇ ਵਿਕਾਰ। ਇਹ ਮਨ ਦੇ ਅੰਦਰ ਵਿਕਾਰ ਇਹੀ ਤਾਂ ਰੋੜਾ ਨੇ ਬਸ ਰਸਤੇ ਤੇ। ਇਹਨਾਂ ਨੂੰ ਰੋਕੀਏ, ਉਹ ਇਸ ਤਰ੍ਹਾਂ ਉਹ ਖਾਈਏ ਮਨ, ਉਹ ਨਾਮ ਦਾ ਜਿਹੜਾ ਰਸ ਲਈਏ ਜਿਹਦੇ ਨਾਲ ਤ੍ਰਿਪਤ ਹੋ ਜੇ ਮਨ। ਉਹ ਉਹਦੀ ਦਾਤ ਹੈ ਬਸ, ਜੇ ਮਿਲ ਗਈ ਤਾਂ ਉਹਨੇ ਦੇਣੀ ਹੈ, ਤੁਸ ਕੇ ਦੇਣੀ ਹੈ। ਤੇ ਇਸ ਲਈ ਆਪਣੇ ਆਪ ਨੂੰ ਸਰੈਂਡਰ ਕਰਕੇ ਉਹਦੇ ਹੁਕਮ ਦੇ ਵਿੱਚ ਹੁਕਮ ਰਜਾਈ ਚੱਲਣਾ। ਨਾਨਕ ਲਿਖਿਆ ਨਾਲ ਅਸੀਂ ਬੈਠੀਏ ਤੇ ਸਾਰਾ ਕੰਮ ਆਪੇ ਕਰੇਗਾ ਜੀ। ਹਾਂ, ਅੱਗੇ ਪੌੜੀ ਆ ਗਈ। ਪੌੜੀ ਲਾਹਾ ਜਗ ਮੈਂ ਸੇ ਖਟੇ ਜਿਨ ਹਰ ਧਨ ਰਾਸ। ਜਿਨ੍ਹਾਂ ਦੇ ਕੋਲ ਆ ਨਾਮ ਧਨ ਦੀ ਰਾਸ਼ੀ ਹੈਗੀ, ਕਹਿੰਦੇ ਇਹੀ ਸੰਸਾਰ ਦੇ ਵਿੱਚ ਲਾਹਾ ਕੱਟਦੇ ਆ ਭਾਈ, ਲਾਭ ਦੇ ਵਿੱਚ ਜਾਂਦੇ ਆ। ਬਾਕੀ ਸਾਰੇ ਜਿਹੜੇ ਹੈਗੇ ਮੂਲ ਵੀ ਗਵਾ ਜਾਂਦੇ ਆ ਆਪਣਾ। ਖੱਟੀ ਕੁਛ ਵੀ ਨਹੀਂ ਆ, ਬਸ ਆ ਮੂਲ ਜੋ ਮਿਲਿਆ ਹੈ, ਸਰੀਰ ਮਿਲਿਆ, ਸਵਾਸ ਮਿਲਿਆ, ਬਾਰੀ ਮਿਲੀ ਆ, ਇਹਨੂੰ ਜਿਹੜਾ ਹੈਗਾ ਇਹਨੂੰ ਜੂਏ 'ਚ ਹਾਰ ਜਾਂਦੇ ਆ। ਇਹਨੂੰ ਕਹਿੰਦੇ ਮਾਇਆ ਦੇ ਨਾਲ ਜੂਆ। ਮਾਇਆ ਦੇ ਨਾਲ, ਮਾਇਆ ਨੇ ਸਵਾਦ ਦਿੱਤੇ ਤੇ ਆਪਾਂ ਨੇ ਜਿਹੜਾ ਹੈਗਾ ਆਪਣੀ ਬਾਰੀ ਦੇ ਦਿੱਤੀ। ਆਪਾਂ ਨੇ ਆਪਣੇ ਸਵਾਸ ਦੇ ਦਿੱਤੇ, ਮਾਇਆ ਨੇ ਸਵਾਦ ਦੇ ਦਿੱਤੇ। ਆ ਹੈਗੀ ਜੂਏ ਦੇ ਵਿੱਚ ਖੇਡਣਾ ਪਾਈ। ਸਵਾਦਾਂ ਦੇ ਨਾਲ ਕੀ ਹੋਇਆ? ਸਰੀਰ ਤਾਂ ਇੱਥੇ ਹੀ ਰਹਿ ਗਿਆ। ਜਿਹਨੇ ਸਵਾਦ ਚੱਖੇ ਸੀਗੇ, ਜਿਹਨੂੰ ਖਿਲਾਇਆ ਪਿਲਾਇਆ ਸੀਗਾ, ਉਹ ਤਾਂ ਇੱਥੇ ਹੀ ਖਤਮ ਹੋ ਗਿਆ। ਦੇਖੋ ਹੈ ਜੂਆ, ਕੱਖ ਵੀ ਨਹੀਂ ਮਿਲਿਆ ਆਪਾਂ ਨੂੰ, ਔਰ ਇੱਥੇ ਦੇ ਇੱਥੇ ਖਾ ਪੀ ਕੇ ਤੁਰਦੇ ਹੋਏ। ਪੌੜੀ ਲਾਹਾ ਜਗ ਮੈਂ ਸੇ ਖਟੈ ਜਿਨ ਹਰ ਧਨ ਰਾਸ। ਜਿਨ੍ਹਾਂ ਦੇ ਕੋਲ ਪਰਮੇਸ਼ਰ ਦੇ ਨਾਮ ਦੇ ਧਨ ਦੀ ਰਾਸ਼ੀ ਹੈਗੀ, ਇਹਨਾਂ ਨੇ ਨਾਮ ਪਦਾਰਥ ਲੈ ਲੈਣਾ। ਜਿਨ੍ਹਾਂ ਨੇ ਆ ਜਿਹੜੇ ਸਵਾਸ ਜਿਹੜੇ ਹੈਗੇ ਸਵਾਸ ਕਨਵਰਟ ਕੀਤੇ ਆ ਨਾਮ ਧਨ ਦੇ ਵਿੱਚ। ਨਾਮ ਧਨ ਦੇ ਵਿੱਚ ਸਵਾਸ ਕਦੋਂ ਕਨਵਰਟ ਹੁੰਦੇ ਆ? ਮਾਈ ਮੈਂ ਧਨ ਪਾਇਓ ਹਰ ਨਾਮ। ਨਾਮ ਦਾ ਧਨ ਕਦੋਂ? ਮਨ ਮੇਰੋ ਤਾਵਨ ਤੇ ਛੂਟਿਓ ਕਰ ਬੈਠੋ ਵਿਸਰਾਮ। ਜਦ ਮਨ ਤੋਂ ਵਿਚਾਰ ਜਾਂਦੇ ਆ, ਦੌੜਨੋਂ ਹਟ ਜਾਂਦਾ ਹੈ, ਵਿਸ਼ਰਾਮ ਕਰ ਲੈਂਦਾ ਹੈ ਤੇ ਧਨ ਬਣ ਜਾਂਦਾ ਹੈ ਭਾਈ। ਆਹ ਧਨ ਦੇ ਨਾਲ ਫਿਰ ਨਾਮ ਪਦਾਰਥ ਮਿਲ ਜਾਂਦਾ ਹੈ। ਨਾਮ ਪਦਾਰਥ ਮਿਲ ਗਿਆ ਤੇ ਬਸ ਜਿਹੜੇ ਹੈਗੇ ਇਹ ਸਾਰੇ ਸੰਸਕਾਰ ਜਿਹੜੇ ਮਾਇਆ ਦੀਆਂ ਸਾਰੀਆਂ ਕਿੱਚਾਂ ਪਦਾਰਥਾਂ ਦੀਆਂ ਇਹ ਗਾਇਬ ਹੋ ਜਾਂਦੀਆਂ। ਮਨ ਨਾਮ ਦੀ ਚੀਜ਼ ਨਹੀਂ ਰਹਿੰਦੀ। ਆਤਮਾ ਜਿਹੜੀ ਹੈਗੀ ਲਿਸ਼ਕਾਰੇ ਮਾਰਦੀ ਹੈ। ਆਪਣਾ ਅਸਲੀ ਆਪ ਜਿਹੜਾ ਪਰਮਾਤਮਾ ਨੂੰ ਭਾਲਦਾ ਸੀਗਾ, ਉਹ ਦੇਖਦਾ ਹੈ ਵੀ ਮਨ ਵਿੱਚੋਂ ਗਾਇਬ ਹੋ ਗਿਆ ਤੇ ਮੈਂ ਹੀ ਉਹ ਸੀਗਾ ਜਿਹਨੂੰ ਮੈਂ ਲੱਭਦਾ ਸੀਗਾ। ਅਲਟੀਮੇਟਲੀ ਆ ਜਾ ਕੇ ਰਿਜ਼ਲਟ ਆ ਜਾਂਦਾ ਹੈ। ਆ ਹੈਗਾ ਮੂਲ ਨੂੰ ਪਛਾਨਣਾ। ਪੌੜੀ ਲਾਹਾ ਜਗ ਮੈਂ ਸੇ ਖਟੈ ਜਿਨ ਹਰ ਧਨ ਰਾਸ। ਦੁਤੀਆ ਭਾਵ ਨਾ ਜਾਣਨੀ ਸੱਚੇ ਦੀ ਆਸ। ਹੋਰ ਦੂਸਰਾ ਭਾਵ ਦੂਸਰੀ ਜਿਹੜੀ ਹੈਗੀ ਆ, ਉਹ ਦੂਸਰੀਆਂ ਖਿੱਚਾਂ ਨਹੀਂ ਹੈਗੀਆਂ ਉਹਨਾਂ ਨੂੰ। ਦੁਤੀਆ ਭਾਵ ਕੋਈ ਦੂਸਰਾ ਨਹੀਂ ਜਾਣਦੇ। ਉਹ ਸਾਰਾ ਉਹ ਮਾਲਕ ਪਰਮਾਤਮਾ ਨੂੰ ਹੀ ਸਾਰੇ ਹਰੇਕ ਦੇ ਵਿੱਚ ਰਵਿਆ ਹੋਇਆ ਜਾਣਦੇ ਆ ਭਾਈ। ਉਸੇ ਮਾਲਕ ਦੀ ਆਸ ਹੁੰਦੀ ਹੈ। ਨਿਹਚਲ ਏਕ ਸਰੇਵਿਆ ਹੋਰ ਸਭ ਵਿਨਾਸ਼। ਉਹ ਸਿਰਫ ਉਸ ਮਾਲਕ ਪਰਮਾਤਮਾ ਨੂੰ ਜਿਹੜਾ ਨਿਹਚਲ ਹੈਗਾ, ਹਮੇਸ਼ਾ ਰਹਿਣ ਵਾਲਾ ਹੈਗਾ, ਅਮਰ ਹੈਗਾ, ਜਿਹੜਾ
ਉਸ ਨੂੰ ਸਰੇਵਦੇ ਆ। ਸਰੇਵਣਾ ਕੀ ਹੈ? ਉਹ ਮਾਇਆ ਨੂੰ ਸਰੇਵਣਾ ਬੰਦ ਕਰ ਦਿੰਦੇ ਆ। ਪਾਰ ਬ੍ਰਹਮ ਜਿਸ ਵਿਸਰੈ ਤਿਸ ਬਿਰਥਾ ਸਾਸ। ਕਹਿੰਦੇ ਭਾਈ ਜਿਸ ਨੂੰ ਵੀ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਵਿਸਰ ਜਾਂਦਾ ਹੈ, ਇਹ ਕੰਮ ਵਿਸਰ ਜਾਂਦਾ ਹੈ। ਉਹ ਜਿਹਨੂੰ ਵੀ ਜਿਹਦਾ ਧਿਆਨ ਜਿਹੜਾ ਹੈਗਾ ਇਹ ਭਗਤੀ ਨਹੀਂ ਹੁੰਦੀ ਜਿਹਦੇ ਜੀਵਨ ਦੇ ਵਿੱਚ, ਕਹਿੰਦੇ ਉਹਦਾ ਸਾਹ ਲਿਆ ਹੋਇਆ ਜਿਹੜਾ ਹੈਗਾ ਉਹ ਵੇਸਟ ਆ, ਬਿਰਥਾ ਆ, ਕੋਈ ਫਾਇਦਾ ਨਹੀਂ ਹੈ ਉਹ ਸਾਸ ਦਾ। ਪਰਮੇਸ਼ਰ ਜੀਵਨ ਦੇ ਵਿੱਚ ਨਹੀਂ ਹੈਗਾ ਤੇ ਕੋਈ ਜਿਉਣ ਦਾ ਮਕਸਦ ਹੀ ਨਹੀਂ ਹੈ ਔਰ ਕੋਈ ਆਊਟਪੁੱਟ ਹੀ ਨਹੀਂ ਹੈ, ਕੋਈ ਲਾਭ ਨਹੀਂ ਹੈਗਾ। ਕੰਠ ਲਾਏ ਜਨ ਰੱਖਿਆ ਨਾਨਕ ਬਲ ਜਾਸ। ਇਸ ਤਰੀਕੇ ਦੇ ਨਾਲ ਜਿਹੜਾ ਵੀ ਇਨਸਾਨ ਜਿਹੜਾ ਹੈਗਾ ਪਰਮੇਸ਼ਰ ਦੀ ਭਗਤੀ ਕਰਦਾ ਹੈ, ਉਹ ਮਾਲਕ ਪਰਮਾਤਮਾ ਉਸ ਨੂੰ ਆਪਣੇ ਗਲ ਦੇ ਨਾਲ ਲਾ ਕੇ ਰੱਖਦਾ ਹੈ ਭਾਈ। ਹਾਂਜੀ ਸੁਖਿੰਦਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਦੇਖੋ ਕਹਿੰਦੇ ਲਾਹਾ ਜੱਗ ਮੈਂ ਸੇ ਖੱਟੈ। ਕਹਿੰਦੇ ਉਹ ਲਾਹਾ ਖੱਟ ਕੇ ਜੱਗ ਦੇ ਵਿੱਚ ਜਾਣਗੇ ਜਿਹੜੇ ਉਹਦੀ ਪ੍ਰਮਾਤਮਾ ਦੀ ਔਲਾਦ ਨੂੰ ਵਧਾ ਕੇ ਜਾਣਗੇ, ਜਿਹੜੇ ਉਹਨਾਂ ਨੂੰ ਰਸਤਾ ਭੇਦ ਦੇ ਲੈ ਕੇ ਜਾਣਗੇ ਔਰ ਭੇਦ ਦੇ ਕੇ ਜਾਣਗੇ, ਹੈ ਨਾ ਜੀ। ਬਿਲਕੁਲ। ਉਹ ਕਿਉਂਕਿ ਉਹਨਾਂ ਕੋਲ ਹੈ ਕੀ, ਬੇਸਿਕਲੀ ਤਾਂ ਕੁਝ ਲੇਵਾ ਦੇ ਵੀ ਹੈ ਨਾ। ਆਪਣੇ ਉਹ ਜਿਹੜੇ ਉਹ ਦੇ ਰਹੇ ਆ, ਸਵਾਸ ਦੇ ਰਹੇ ਆ ਤੇ ਉਹ ਅੱਗੋਂ ਹਰ ਰਸ ਆ ਰਹੇ। ਬਿਲਕੁਲ। ਉਹ ਰਾਸ ਇਕੱਠੀ ਕੀਤੀ ਹੈ, ਧਨ ਪੂੰਜੀ ਉਹਨਾਂ ਕੋਲ ਇੰਨੀ ਪੂੰਜੀ ਇਕੱਠੀ ਹੈ ਤੇ ਉਹ ਹੁਣ ਉਹਨਾਂ ਦਾ ਦਿਲ ਕਰਦਾ ਵੀ ਲੁਟਾਈਏ ਇਹਨੂੰ। ਉਹ ਮਾਲਕ ਕਹਿੰਦਾ ਵੀ ਲੁਟਾਓ, ਤੈਨੂੰ ਮੈਂ ਦਿੱਤਾ ਹੀ ਇਸ ਵਾਸਤੇ। ਉਹ ਫਿਰ ਉਹ ਕਹਿੰਦੇ ਫਿਰ ਉਹ ਲਾਹਾ ਖੱਟ ਲਿਆ ਉਹਨਾਂ ਨੇ। ਤੇ ਕਿਉਂਕਿ ਪਰਮਾਤਮਾ ਤੋਂ ਬਿਨਾਂ ਜੇ ਕਿਸੇ ਹੋਰ ਨਾਲ ਤੁਸੀਂ ਮੋਹ ਕਰ ਪਾਉਂਦੇ ਆ ਨਾ, ਅਸੀਂ ਉਹ ਬਿਲਕੁਲ ਮਤਲਬ ਉਹ ਸੀ ਹੋਰ ਨਾਲ ਮੋਹ ਕਰਨਾ। ਕਿਉਂਕਿ ਉਹ ਜਿਹੜੇ ਗੁਰਮੁਖ ਬੰਦੇ ਆ, ਜਿਹੜੇ ਉਹ ਬ੍ਰਹਮ ਨਾਲ ਜੁੜ ਗਏ, ਜਿਹੜੇ ਉਸ ਭਗਤੀ ਵੱਲ ਲੱਗ ਗਏ, ਉਹਨਾਂ ਨੂੰ ਹੋਰ ਤਾਂ ਕੋਈ ਆਸ ਹੀ ਨਹੀਂ। ਉਹਨਾਂ ਦੀ ਇੱਕੋ ਹੀ ਆਸ ਹੈ ਬਸ। ਐਕਚੁਅਲੀ ਸੁਖਵਿੰਦਰ ਜੀ ਪਰਮਾਤਮਾ ਤੋਂ ਬਗੈਰ ਹੋਰ ਕੁਛ ਹੈ ਹੀ ਨਹੀਂ ਆ ਜਿਹਦੇ ਨਾਲ ਲਾ ਰਹੇ ਆ, ਤੇ ਆਪਾਂ ਝੂਠ ਦੇ ਨਾਲ ਲਾ ਰਹੇ ਆ ਬਸ। ਅਸੀਂ ਕਿਉਂਕਿ ਹੈ ਜਦੋਂ ਦੇਖੋ ਨਾ, ਹੈ ਤਾਂ ਸਾਰੇ ਕਿਤੇ। ਉਹ ਕਹਿੰਦੇ ਉਹ ਤੂੰ ਕੌਣ ਹੈ? ਉਹ ਕਹਿੰਦੇ ਤੂੰ ਆਪ ਹੀ ਪਰਮਾਤਮਾ ਹੈ, ਤੂੰ ਲੱਭ। ਸਾਰੀ ਦੁਨੀਆ ਪਰਮਾਤਮਾ ਹੈ, ਬੱਚਾ ਜर्रा ਪਰਮਾਤਮਾ ਹੈ। ਉਹ ਤੋਂ ਬਿਨਾਂ ਹੈ ਕਿਹੜੀ ਚੀਜ਼ ਨਹੀਂ ਹੈ ਉਹ ਦੱਸੋ। ਬਸ ਹੈ ਹੀ ਨਹੀਂ ਕੁਛ, ਨਜ਼ਰ ਹੀ ਨਹੀਂ ਆਉਂਦਾ। ਕਿਉਂਕਿ ਬਾਕੀ ਤਾਂ ਸਭ ਵਿਨਾਸ਼ ਹੋਣ ਵਾਲਾ ਹੈ। ਉਹ ਨੇਚਰ ਸਿਰਫ ਇੱਕ ਹੈ। ਬਿਲਕੁਲ ਇੱਕੋ ਹੀ। ਤਾਂ ਹੀ ਕਹਿੰਦੇ ਭਜ ਮਨ ਮੇਰੇ ਏਕੋ ਨਾਮ। ਇਸੇ ਕਰਕੇ ਕਹਿੰਦੇ ਇੱਕ ਕੱਲ ਵੀ ਆਇਆ ਸੀ ਕਿ ਉਹ ਵੀ ਮਿੱਠਾ ਸਿਰਫ ਇੱਕੋ ਹੀ ਹੈ, ਉਹੀ ਇੱਕ ਰਸ ਮਿੱਠਾ ਹੈ, ਬਾਕੀ ਸਭ ਆਨ ਰਸਾ ਸਭ ਫਿੱਕੇ। ਹੈ ਨਾ ਜੀ। ਅੱਜ ਵੀ ਦੁਪਹਿਰ ਤੇ ਵੀ ਚੱਲਦੀ ਸੀ ਵੀ ਉਹ ਨਿੰਮ ਹੈ, ਬਾਕੀ ਦਾ ਬਿਲਕੁਲ ਨਿੰਮ ਹੈਗੀ, ਆਪਾਂ ਅੰਬ ਸਮਝਿਆ ਹੈ। ਜੱਬੀ ਜਾਓ। ਹਾਂ। ਤੇ ਉਹ ਫਿਰ ਨਾਲ ਦੱਸ ਵੀ ਰਹੇ ਨੇ ਕਿ ਵੀ ਜਿਨ੍ਹਾਂ ਤੋਂ ਵਿਸਰ ਗਿਆ ਮਤਲਬ ਜਿਨ੍ਹਾਂ ਨੇ ਭੁਲਾਤਾ ਹੈ ਤਾਂ ਉਹਨਾਂ ਦੇ ਵੀ ਅੰਦਰ ਹੀ ਹੈ। ਸਤਿਪੁਰਖ ਜਿਹਨੇ ਜਾਣਿਆ ਸਤਿਗੁਰ ਤਿਸਕਾ ਨਾਮ ਜਿਸਕੇ ਸੰਗ ਸੇ ਖੁਦਰੇ ਨਾਨਕ ਹਰ ਗੁਣ ਗਾਓ। ਉਹ ਗਾਲੋ ਗਾਇਆ ਜਾਂਦਾ ਤਾਂ, ਤੇ ਉਹ ਨਹੀਂ ਤਾਂ ਫਿਰ ਵਿਸਰਿਆ ਤਾਂ ਫਿਰ ਭੁਲਾਇਆ ਤੁਸੀਂ, ਫਿਰ ਤਾਂ ਸਾਰੇ ਸਵਾਸ ਤੁਹਾਡੇ ਬਿਰਥਾ ਨੇ, ਬੇਕਾਰ ਹੈ। ਉਹ ਪ੍ਰਮਾਤਮਾ ਕਹਿੰਦੇ ਮੈਂ ਤਾਂ ਇਹਨਾਂ ਤੋਂ ਜਿਨ੍ਹਾਂ ਨੂੰ ਤੂੰ ਏਦਾਂ ਰੱਖਿਆ ਨਾ ਕੰਠ ਲਾ ਕੇ, ਜਿਹੜੇ ਜਨਾਂ ਨੂੰ ਮੈਂ ਤਾਂ ਬਲਿਹਾਰ ਜਾਣਾ, ਜਿਨ੍ਹਾਂ ਨੂੰ ਤੂੰ ਆਪਣੇ ਨਾਲ ਲਾ ਲਿਆ ਆਪਣੇ ਮਾਲਕਾ ਸਾਂਝਿਆ ਜੀ। ਅਗਲੀ ਪੌੜੀ ਉਹਦਾ ਸ਼ਲੋਕ ਆ ਗਿਆ, ਸ਼ਲੋਕ ਮਹਲਾ ਪੰਜਵਾਂ। ਪਾਰ ਬ੍ਰਹਮੇ ਫੁਰਮਾਇਆ, ਮੰਮੇ ਦੀ ਸਿਆਰੀ ਆ, ਪਰਮਾਤਮਾ ਨੇ ਫੁਰਮਾਇਆ। ਜਿਹੜੇ ਹੁਣ ਧਿਆਨ ਸਿਮਰਨ ਕਰਦੇ ਆ, ਭਗਤੀ ਕਰਦੇ ਆ, ਤੇ ਮਾਲਕ ਪਰਮਾਤਮਾ ਆਰਡਰ ਹੋ ਜਾਂਦਾ ਹੈ ਮਾਲਕ ਪਰਮਾਤਮਾ ਦਾ, ਬਈ ਇਹਨੂੰ ਜਿਹੜਾ ਹੈਗਾ ਵਰਖਾ ਕਰ ਦਿਓ, ਇਹਦੇ ਨਾਮ ਦੀ ਵਰਖਾ ਕਰ ਦਿਓ। ਪਾਰ ਬ੍ਰਹਮੇ ਫੁਰਮਾਇਆ ਮੀਂਹ ਉੱਠਾ ਸਹਿਜ ਸੁਭਾਏ। ਸਹਿਜ ਸੁਭਾਏ ਜਿਹੜਾ ਹੈਗਾ ਮੀਂਹ, ਅੰਮ੍ਰਿਤ ਰਸ ਪਤਾ ਵੀ ਨਹੀਂ ਹੁੰਦਾ ਔਰ ਅੰਮ੍ਰਿਤ ਟਪਕਣ ਲੱਗ ਪੈਂਦਾ। ਪਾਰ ਬ੍ਰਹਮੇ ਫੁਰਮਾਇਆ ਮੀਂਹ ਉੱਠਾ ਸਹਿਜ ਸੁਭਾਏ। ਅੰਨ ਤਨ ਬਹੁਤ ਉਪਜਿਆ ਪ੍ਰਿਥਵੀ ਰੱਜੀ ਤ੍ਰਿਪਤ ਅਗਾਏ। ਉਹ ਸਰੀਰ ਜਿਹੜਾ ਹੈਗਾ ਪੂਰੀ ਤੇ ਪੂਰਾ ਰੱਜ ਜਾਏਗਾ ਭਾਈ। ਜਨਮਾਂ ਦੀ ਪਿਆਸ ਉਹਦੀ ਮਿਟ ਜਾਏਗੀ। ਅੰਨ ਧਨ ਕਹਿੰਦੇ ਆ ਬਹੁਤ ਉਪਜਿਆ, ਬਹੁਤ ਨਾਮ ਦਾ ਧਨ ਬਹੁਤ ਪੈਦਾ ਹੋ ਗਿਆ। ਸਿਰਫ ਭਗਤੀ ਉਹਦੇ ਅੰਦਰ ਜਿਹੜੀ ਹੈਗੀ ਆ ਦੇਖੋ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹਦਾ ਫਲ ਮਿਲਦਾ ਹੈ। ਪਾਰ ਬ੍ਰਹਮੇ ਫੁਰਮਾਇਆ ਮੀਂਹ ਉੱਠਾ ਸਹਿਜ ਸੁਭਾਏ। ਅੰਨ ਤਨ ਬਹੁਤ ਉਪਜਿਆ ਪ੍ਰਿਥਵੀ ਰੱਜੀ ਤ੍ਰਿਪਤ ਅਗਾਏ। ਸਦਾ ਗੁਣ ਉਚਰੈ ਦੁੱਖ ਦਾਲਤ ਗਿਆ ਬਿਲਾਏ। ਔਰ ਉਹ ਕੀ ਕਰਦਾ ਕਹਿੰਦੇ
ਹਮੇਸ਼ਾ ਬਸ ਉਹ ਮਾਲਕ ਪਰਮਾਤਮਾ ਦੀ ਭਗਤੀ ਕਰਦਾ ਹੈ, ਉਹਦੇ ਗੁਣ ਗਾਉਂਦਾ ਹੈ, ਉਹਦਾ ਦੁੱਖ ਤੇ ਦਰਿੱਦਰ ਜਿਹੜਾ ਹੈਗਾ ਉਹ ਬਿਨਸ ਜਾਂਦਾ ਹੈ। ਪੂਰਬੇ ਲਿਖਿਆ ਪਾਇਆ ਮਿਲਿਆ ਤਿਸੇ ਰਜਾਏ, ਔਰ ਉਹਦੀ ਪਿਛਲੀ ਕਮਾਈ ਵੀ ਐਡ ਹੋ ਜਾਂਦੀ ਹੈ, ਔਰ ਮਿਲਦਾ ਹੈ ਮਾਲਕ ਪਰਮਾਤਮਾ ਉਹਦੀ ਰਜ਼ਾ ਦੇ ਨਾਲ ਮਿਲਦਾ ਹੈ ਭਾਈ। ਆਪਾਂ ਨੇ ਬਸ ਦਰ ਦੇ ਉੱਤੇ ਬੈਠੇ ਰਹਿਣਾ ਹੈ, ਮੰਗਤੇ ਮੰਗੂ, ਬਸ ਹਿੱਲਣਾ ਨਹੀਂ ਹੈਗਾ, ਰੋਜ਼ ਬਹਿ ਜਾਣਾ ਦਰ ਦੇ ਉੱਤੇ, ਤੇ ਆਪਣੀ ਜਦ ਉਹਦੀ ਰਜ਼ਾ ਹੋਊਗੀ ਤੇ ਮਾਲਕ ਦਰ ਖੋਲ ਕੇ ਦਾਤ ਦੇ ਦਿੰਦਾ ਹੈ। ਪੂਰਬੇ ਲਿਖਿਆ ਪਾਇਆ ਮਿਲਿਆ ਤਿਸੇ ਰਜਾਏ, ਪਰਮੇਸ਼ਰੇ ਜਿਵਾਲਿਆ ਨਾਨਕ ਤਿਸੇ ਧਿਆਏ। ਇਸ ਤਰੀਕੇ ਦੇ ਨਾਲ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਇਹ ਆਤਮਿਕ ਜੀਵਨ ਦੇ ਦਿੰਦਾ ਹੈ ਭਾਈ, ਆਤਮ ਦਰਸ਼ਨ ਕਰਾ ਦਿੰਦਾ ਹੈ। ਕਹਿੰਦੇ ਇਸ ਕਰਕੇ ਹੇ ਮੇਰੇ ਮਨਾ ਉਸ ਮਾਲਕ ਪਰਮਾਤਮਾ ਦੀ ਭਗਤੀ ਕਰ। ਹਾਂਜੀ ਸੁਖਵਿੰਦਰ ਜੀ। ਹਾਂਜੀ, ਉਹ ਕਹਿੰਦੇ ਜੀ ਮੇਘ ਆਪਣਾ ਆਉਂਦਾ ਨਾ ਜੀ, ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਹਾਂ ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫੁਰਮਾਨ, ਮੇਘੇ ਨੂੰ ਫੁਰਮਾਨ ਹੋਆ ਬਰਸੋ ਕਿਰਪਾ ਧਾਰ। ਹਾਂਜੀ, ਉਹ ਜਿਹੜੇ ਬੈਠਦੇ ਆ ਫਿਰ ਉਸ ਧਿਆਨ ਦੇ ਵਿੱਚ, ਮਾਲਕ ਦੇ ਵਿੱਚੋਂ ਆਪਣੀ ਬੁੱਧੀ ਹਟਾ ਕੇ ਉਹ ਬ੍ਰਹਮ ਦੇ ਅੰਦਰ ਬੈਠ ਕੇ ਉਹਦੀ ਭਗਤੀ ਕਰਦੇ ਆ, ਨਾਮ ਜਪਦੇ ਆ, ਤੇ ਉਹ ਪ੍ਰਮਾਤਮਾ ਅੱਗੇ ਅਰਜ਼ੋਈਆਂ ਕਰਦੇ ਆ ਬੈਠ ਕੇ ਆਪਣਾ, ਤੇ ਉਹ ਤਾਂ ਫਿਰ ਉਹਦਾ ਫਰਮਾਨ ਤਾਂ ਪਿਆਰ ਹੀ ਹੈ, ਉਹ ਤਾਂ ਪਹਿਲਾਂ ਹੀ ਬੈਠਾ ਪਰਸਨ ਨੂੰ, ਉਹ ਉੱਠ ਜਾਂਦਾ ਹੈ, ਹੁੰਦਾ ਸਹਿਜ ਸੁਭਾਅ ਹੈ। ਜੇ ਤੂੰ ਕਹੇ ਵੀ ਮੇਰੀ ਸੰਕਲਪ ਨਾਲ ਹੋ ਗਿਆ ਮੇਰੇ, ਤਾਂ ਨਹੀਂ ਨਾ, ਉਹਦੇ ਮੁੱਠੇ ਤੋਂ ਆਉਣਾ। ਜਦੋਂ ਉਹਨੇ ਹੁਕਮ ਕਰ ਦੇਣਾ, ਤੇ ਉਹ ਫਿਰ ਕੀ ਹੈ, ਫਿਰ ਇਹ ਜਿਹੜੇ ਹਿਰਦੇ ਰੂਪ ਜਿਹੜੀ ਤੁਹਾਡੀ ਧਰਤੀ ਹੈ, ਜਿਹੜੀ ਸਾਡਾ ਸਰੀਰ ਹੈ, ਉਹਦੇ ਅੰਦਰ ਉਹ ਬੜਾ ਕੁਛ ਉਪਜਣਾ ਫਿਰ, ਤੇ ਉਹ ਤਾਂ ਹੀ ਉਹਦੀ ਤ੍ਰਿਪਤੀ ਹੋ ਜਾਣੀ ਹੈ। ਤੇ ਉਹਦੇ ਨਾਲ ਫਿਰ ਹੁਣ ਹੋਣਾ ਕੀ ਹੈ, ਉਹ ਕੀ ਕਰਦਾ ਫਿਰ, ਕਰਦਾ ਕੀ ਹੈ, ਉਹ ਸਦਾ ਸਦਾ ਗੁਣ ਉਚਰੈ ਦੁੱਖ ਦਾਲਤ ਗਿਆ ਬਿਲਾਏ। ਕੋਈ ਦੁੱਖ ਦਰਦ ਥੋੜੀ ਰਹਿ ਜਾਏਗਾ ਉਹਦਾ, ਕੋਈ ਉਹਦੇ ਨੇੜੇ ਤੇੜੇ ਜਿਹੜਾ ਗੁਣ ਗਾਉਂਦਾ ਹੈ ਉਹਨੂੰ ਉਹ ਕਿਤੇ ਐਵੇਂ ਹੀ ਗੁਣ ਗਾ ਰਿਹਾ ਮਾਲਕ ਦੇ, ਉਹ ਲੱਗਿਆ ਉਹਦਾ ਬ੍ਰਹਮ ਦਾ ਰੂਪ ਹੋ ਗਿਆ ਉਹ। ਤੇ ਨਾਲ ਕਹਿ ਰਿਹਾ ਕਿ ਪੂਰਵ ਲਿਖਿਆ ਪਾਇਆ, ਪੂਰਵ ਲਿਖਿਆ ਜਿਹੜਾ ਵੀ ਪਿੱਛੇ ਪੂਰਵਲਾ ਕਰਮ, ਪਿਛਲਾ ਜਨਮ, ਜੋ ਵੀ ਪਿਛਲੇ ਕਰੋੜਾਂ ਸਾਲਾਂ ਤੋਂ ਜੋ ਵੀ ਉਹਨੇ ਕੋਈ ਉਸ ਤਰ੍ਹਾਂ ਦਾ ਕਰਮ ਹੈ, ਉਹ ਨਾਲ ਚੱਲਦਾ। ਵੈਸੇ ਤਾਂ ਨਗਦੋ ਨਗਦੀ ਹੈ, ਹੁਣ ਜਿਹੜਾ ਲੰਘ ਗਿਆ ਹੁਣੇ ਅੱਧਾ ਘੰਟਾ ਪਹਿਲਾਂ, 5 ਮਿੰਟ ਪਹਿਲਾਂ, ਇਹ ਪਿਛਲਾ ਛਣ ਜਿਹੜਾ ਉਹ ਵੀ ਪੂਰਵਲਾ ਬਣ ਗਿਆ। ਤੇ ਇਹ ਜਿਹੜਾ ਜਿੰਨੇ ਵੀ ਸਾਰੀ ਸੰਗਤ ਬੈਠੀ ਹੈ, ਉਹ ਸਾਰਿਆਂ ਦਾ ਲਿਖਿਆ ਜਾ ਰਿਹਾ, ਉਹ ਲਿਖਿਆ ਜਾ ਰਿਹਾ, ਉਹਨਾਂ ਨੂੰ ਉਹਦੀ ਮਿਲਣਾ, ਉਹਨੇ ਜਦੋਂ ਉਹਦੀ ਰਜਾ ਹੋ ਗਈ, ਉਹਨੇ ਇੱਕਦਮ ਮਤਲਬ ਸਹਿਜ ਸੁਭਾਏ ਪ੍ਰਗਟ ਹੋ ਜਾਣਾ ਨੇ। ਤੇ ਫੇਰ ਹੀ ਅਸੀਂ ਜੀਵਨ ਚ ਸ਼ਾਮਲ ਆ, ਅਦਰਵਾਈਜ਼ ਤਾਂ ਫਿਰ ਮੁਰਦੇ ਹੀ ਆ। ਬਿਲਕੁਲ ਹੈ ਨਾ ਜੀ। ਉਹਦੇ ਧਿਆਨ ਇਹੀ ਹੈ, ਬਸ ਧਿਆਨ, ਬਸ ਸਾਰੀ ਬਾਣੀ ਧਿਆਨ ਵੱਲ ਨੂੰ ਇਸ਼ਾਰੇ ਕਰੀ ਜਾ ਰਹੀ ਹੈ, ਬਾਰ-ਬਾਰ ਉੱਥੇ ਹੀ, ਜਿੱਥੇ ਮਰਜੀ ਗੱਲ ਉੱਥੇ ਹੀ ਮੁੱਕਣੀ ਹੈ ਨਾ ਜੀ। ਬਿਲਕੁਲ ਜੀ। ਇਸ ਤੋਂ ਅੱਗੇ ਪੌੜੀ ਨਹੀਂ, ਇੱਕ ਹੋਰ ਸ਼ਲੋਕ ਆ, ਮਹੱਲਾ ਪੰਜਵਾਂ। ਜੀਵਨ ਪਦ ਨਿਰਵਾਣ ਇੱਕੋ ਸਿਮਰੀਏ। ਆਇਆ ਜੀਵਨ ਦਾ ਪਦ ਆਇਆ, ਇਹਦੇ ਵਾਸਤੇ ਆਪਾਂ ਮਨੁੱਖੀ ਜੂਨ ਮਿਲੀ ਹੋਈ ਹੈ ਭਾਈ ਪਰ ਆਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਆਇਆ ਜੀਵਨ ਪਦ, ਜੀਵਨ ਦੀ ਪਦਵੀ। ਨਿਰਵਾਣ ਕੀ ਹੈ, ਮਾਇਆ ਜਿਹੜੀ ਹੈਗੀ ਪਾਸੇ ਹੋ ਗਈ। ਮਨ ਜੀਤੇ ਜਗ ਜੀਤ, ਮਨ ਜਿਹੜਾ ਹੈਗਾ ਜਿੱਤਿਆ ਗਿਆ। ਕਿਸ ਤਰ੍ਹਾਂ, ਇੱਕੋ ਸਿਮਰੀਏ, ਬਸ ਇੱਕ ਪਰਮੇਸ਼ਰ ਦਾ ਸਮਰਨ ਕਰਨ ਦੇ ਨਾਲ ਆਹ ਸਾਰਾ ਕੁਝ ਹੋ ਜਾਏਗਾ। ਦੂਜੀ ਨਾ ਹੀ ਜਾਏ ਕਿਨੇ ਵਿਦ ਧੀਰੀਏ, ਹੋਰ ਕੋਈ ਰਸਤਾ ਹੀ ਨਹੀਂ ਹੈਗਾ, ਕੋਈ ਰਸਤਾ ਨਹੀਂ ਹੈ, ਕੋਈ ਜਾਏ ਨਹੀਂ ਹੈਗੀ। ਕਿਸ ਤਰੀਕੇ ਨਾਲ, ਹੋਰ ਕਿਸੇ ਤਰੀਕੇ ਦੇ ਨਾਲ ਧੀਰਜ ਨਹੀਂ ਆ ਸਕਦਾ। ਇਹ ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ ਭਾਈ, ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਦੇਖੋ ਹੁਣ ਸਾਰੇ ਸੰਸਾਰ ਨੂੰ ਦੇਖ ਲਿਆ, ਕਹਿੰਦੇ ਡਿੱਠ ਲਿਆ, ਚੰਗੀ ਤਰ੍ਹਾਂ ਘੋਖ ਲਿਆ। ਸੁਖ ਨਾਮ ਦੀ ਚੀਜ਼ ਜਿਹੜੀ ਹੈਗੀ ਆ, ਨਾਮ ਤੋਂ ਬਗੈਰ ਸੁਖ ਨਾਮ ਦੀ ਚੀਜ਼ ਮਾਲਕ ਨੇ ਕਿਤੇ ਵੀ ਨਹੀਂ ਪਾਈ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਨਾਮ ਤੋਂ ਬਗੈਰ ਸੁਖ ਨਾਮ ਦੀ ਚੀਜ਼ ਨਹੀਂ ਹੈਗੀ, ਸੁਖੀ ਨਹੀਂ ਹੋ ਸਕਦੇ ਆਪਾਂ। ਮਹਾਰਾਜ ਦੇਖੋ ਇਹ ਬਾਣੀ ਕਹਿ ਰਹੀ ਹੈ, ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ, ਡਿੱਠਾ ਸਭ ਸੰਸਾਰ। ਮੈਂ ਕਹਿੰਦੇ ਸਾਰਾ ਸੰਸਾਰ ਦੇਖ ਲਿਆ ਪਿਆਰੇ, ਕਿਉਂ ਭਟਕ ਰਿਹਾ ਹੈ?
ਸੁਖ ਨਾਮ ਦੀ ਚੀਜ਼ ਨਹੀਂ ਹੈਗੀ। ਇਹ ਪਦਾਰਥਾਂ ਦੇ ਵਿੱਚ, ਮਾਇਆ ਦੇ ਵਿੱਚ, ਸਵਾਦਾਂ ਦੇ ਵਿੱਚ, ਇਹਦੇ ਵਿੱਚ ਸਵਾਦ ਹੈਗੇ, ਸਿਰਫ ਸਵਾਦ ਹੈਗੇ, ਤਿੱਖੇ ਸਵਾਦ ਹੈਗੇ, ਤੇਜ਼ ਸਵਾਦ ਹੈਗੇ, ਪਰ ਜਿਹੜੇ ਹੈਗੇ ਇਹਦੇ ਵਿੱਚ ਸੁਖ ਨਹੀਂ ਹੈਗਾ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਤਨ ਧਨ ਹੋਸੀ ਛਾਰ ਜਾਣੇ ਕੋਏ ਜਨ। ਦੇਖ ਲਾ ਪਿਆਰਿਆ, ਆ ਤੈਨੂੰ ਸਰੀਰ ਦਿੱਤਾ ਆ ਔਰ ਸਵਾਸ ਦਿੱਤੇ ਆ, ਤਨ ਦਿੱਤਾ ਹੈ ਤੈਨੂੰ, ਜਿਹੜਾ ਹੈਗਾ ਇਹਨੇ ਛਾਰ ਹੋ ਜਾਣਾ। ਇਹ ਤੂੰ ਉਡਾ ਰਿਹਾ ਹੈ, ਜੂਏ 'ਚ ਹਾਰ ਰਿਹਾ ਹੈ। ਕੋਈ ਟਾਵਾਂ ਬੰਦਾ ਇਸ ਗੱਲ ਨੂੰ ਬੁੱਝਦਾ ਹੈ, ਸਮਝਦਾ ਹੈ ਔਰ ਬਚਾਉਂਦਾ ਹੈ, ਸਹੀ ਜਗ੍ਹਾ ਤੇ ਲਾਉਂਦਾ ਹੈ। ਨਹੀਂ ਤਾਂ ਰੰਗ ਰੂਪ ਰਸ ਬਾਦ ਕੀ ਕਰੇ ਪ੍ਰਾਣੀਆਂ। ਕੀ ਕਰ ਰਿਹਾ ਹੈ ਪਿਆਰਿਆ, ਕੀ ਕਰ ਰਿਹਾ ਹੈ? ਆ ਰੰਗ ਦੇ ਉੱਤੇ ਜਾ ਰਿਹਾ, ਰੂਪ ਤੇ ਜਾ ਰਿਹਾ, ਇਹ ਰਸਾਂ ਦੇ ਉੱਤੇ ਜਾ ਰਿਹਾ। ਇਹ ਤਾਂ ਬਾਦ ਆ ਪਿਆਰਿਆ, ਬਾਦ ਹੈਗੇ। ਇਹਨਾਂ ਦੇ ਨਾਲ ਤੈਨੂੰ ਕੁਛ ਨਹੀਂ ਮਿਲਣਾ। ਰੂਪ ਜਿਹੜਾ ਤੈਨੂੰ ਦਿਸ ਰਿਹਾ, ਥੋੜੇ ਦਿਨਾਂ ਦੇ ਬਾਅਦ ਦੇਖ ਉਹੀ ਜਿਹੜਾ ਹੈਗਾ ਚੁਰੀਆਂ ਪੈ ਜਾਣੀਆਂ, ਸਾਰਾ ਜਿਹੜਾ ਹੈਗਾ ਬਿਮਾਰੀਆਂ ਨੇ ਘੇਰ ਲੈਣਾ। ਰੰਗ ਰੂਪ ਰਸ, ਜਿੰਨੇ ਵੀ ਰਸ ਲੈ ਰਹੇ ਆ, ਇਹ ਰਸਾਂ ਨੇ ਤ੍ਰਿਪਤੀ ਨਹੀਂ ਦੇਣੀ ਤੈਨੂੰ। ਤੇਰਾ ਆਪਣਾ ਜਿਹੜਾ ਹੈਗਾ ਸਰੀਰ ਜਿਹੜਾ ਹੈਗਾ ਰਸ ਭੋਗਣ ਤੋਂ ਅਸਮਰਥ ਹੋ ਜਾਣਾ। ਰੰਗ ਰੂਪ ਰਸ ਬਾਦ ਕੇ ਕਰੇ ਪ੍ਰਾਣੀਆਂ, ਜਿਸ ਭੁਲਾਏ ਆਪ ਤਿਸ ਕੱਲ ਨਹੀਂ ਜਾਣੀਆਂ। ਕੀ ਕਰੀਏ ਮਾਲਕਾ, ਭੁਲਾਉਣ ਵਾਲਾ ਵੀ ਤਾਂ ਤੂੰ ਹੀ ਹੈਗਾ ਨਾ। ਤੂੰ ਹੀ ਤਾਂ ਇਹ ਸਰੀਰ ਲਾਇਆ, ਤੂੰ ਹੀ ਇਹਦੇ ਵਿੱਚ ਪੁਰਜੇ ਫਿੱਟ ਕੀਤੇ, ਤੂੰ ਹੀ ਇਹਦੇ ਵਿੱਚ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਹ ਸਵਾਦ ਭੋਗਣ ਦੀ ਜਿਹੜੀ ਹੈਗੀ ਸਾਰੀ ਦੀ ਸਾਰੀ ਇਹ ਸਾਰੀ ਗੇਮ ਤੇਰੀ ਹੈਗੀ। ਇਹ ਧੋਖੇ ਵਾਲੀ ਗੇਮ ਤੂੰ ਹੀ ਤਾਂ ਲਾਈ। ਜਿਸ ਭੁਲਾਏ ਆਪ ਤਿਸ ਕੱਲ ਨਹੀਂ ਜਾਣੀਆਂ। ਕਹਿੰਦੇ ਜਿਹੜਾ ਭੁੱਲ ਗਿਆ ਉਹਨੇ ਜਿਹੜਾ ਹੈਗਾ ਆ ਨੁਕਤਾ ਨਹੀਂ ਸਮਝਣਾ ਪਾਏ। ਰੰਗ ਰਤੇ ਨਿਰਵਾਣ ਸੱਚਾ ਗਾਵਹੀ। ਜਿਨ੍ਹਾਂ ਨੇ ਕੱਲ ਜਾਣ ਲਈ ਉਹ ਪਰਮੇਸ਼ਰ ਦੇ ਰੰਗ ਦੇ ਵਿੱਚ ਰਤੇ ਜਾਂਦੇ ਆ, ਉਹ ਨਿਰਵਾਣ ਹੋ ਜਾਂਦੇ ਆ। ਉਹਨਾਂ ਨੂੰ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਬਾਣ ਨਹੀਂ ਵਗਦੀ। ਉਹ ਸੱਚੇ ਦੀ ਭਗਤੀ ਕਰਦੇ ਆ, ਸੱਚ ਦੇ ਨਾਲ ਜੁੜਦੇ ਆ। ਰੰਗ ਰਤੇ ਨਿਰਵਾਣ ਸੱਚਾ ਗਾਵਹੀ, ਨਾਨਕ ਸਰਣ ਦੁਆਰ ਜੇ ਤੁਧ ਭਾਵੇ। ਔਰ ਤੇਰੇ ਦਰ ਤੇ ਪਹੁੰਚ ਜਾਂਦੇ ਆ ਭਾਈ, ਤੇਰੀ ਸ਼ਰਨ ਦੇ ਪਹੁੰਚ ਜਾਂਦੇ ਆ ਜੇ ਤੈਨੂੰ ਪਾ ਜਾਂਦੇ ਆ ਤੇ। ਹਾਂਜੀ ਸੁਖਵਿੰਦਰ ਜੀ। ਹਾਂਜੀ, ਉਹ ਕਹਿੰਦੇ ਜੀ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਬਸ ਉਹ ਕੇਵਲ ਨਾਮ, ਉਸੇ ਨੂੰ ਹੀ, ਉਸ ਪ੍ਰਮਾਤਮਾ ਦਾ ਹੀ ਭਜਨ ਦੀ ਫੇਰ ਉਹ ਵਾਰ-ਵਾਰ ਕਹਿ ਰਹੇ ਆ। ਕਹਿੰਦੇ ਵੀ ਉਹ ਨਿਰਵਾਣ ਪਦ ਤੈਨੂੰ ਤਾਂ ਮਿਲ ਸਕਦਾ ਜਿਹੜਾ ਨਿਰਵਾਣ ਕੀ ਹੈ? ਨਿਰਵਾਣ ਹੈ ਜਿੱਥੇ ਬਿਲਕੁਲ ਕੋਈ ਵਾਸਨਾ ਨਹੀਂ ਹੈ। ਉਹ ਸੁੰਨ ਜਿਹੜੀ ਹੈ, ਉਹ ਸੁੰਨ ਸਮਾਧੀ ਆਪ, ਉੱਥੇ ਤੂੰ ਉਹ ਜਗ੍ਹਾ ਦਾ ਉਸ ਤਰ੍ਹਾਂ ਦੇ ਵਿੱਚ ਮਰਜ ਹੋਣ ਦਾ ਸੁਭਾਗ ਤੈਨੂੰ ਤਾਂ ਹੀ ਮਿਲ ਸਕਦਾ ਜੇ ਤੂੰ ਇੱਕ ਨੂੰ ਸਿਮਰੇਗਾ। ਉਹ ਸਿਮਰਨਾ ਹੀ ਇੱਕ ਹੈ। ਸਿਮਰਨਾ ਕੀ ਹੈ? ਬਸ ਸੁੰਨ ਦੇ ਵਿੱਚ ਬੈਠਣਾ, ਤੇ ਇਸ ਤੋਂ ਬਿਨਾਂ ਕੋਈ ਵਿਧੀ ਹੈ ਹੀ ਨਹੀਂ। ਪਰਮਾਤਮਾ ਕਹਿੰਦੇ ਅੰਦਰ ਵੜੇ ਬਿਨਾ ਉਹ ਸਿਮਰਨਾ ਕਿੱਦਾਂ? ਅੰਦਰ ਵੜ ਕੇ, ਤੇ ਅੰਦਰ ਵੜੇ ਬਿਨਾ ਗੁਜ਼ਾਰਾ ਨਹੀਂ। ਤੇ ਇਸ ਕਰਕੇ ਫਿਰ ਕਿਉਂ ਨਹੀਂ ਕਰਦਾ ਕਹਿੰਦੇ ਤੂੰ ਇਹ ਕੰਮ? ਤੇ ਉਹ ਕਹਿੰਦੇ ਫਿਰ ਮੈਂ ਦੇਖ ਵੀ ਲਿਆ, ਦੱਸ ਵੀ ਰਹੇ ਨੇ, ਗਰੰਟੀ ਲੈ ਕੇ ਦੱਸ ਰਹੇ ਨੇ। ਕਹਿੰਦੇ ਮੈਂ ਸਾਰਾ ਸੰਸਾਰ ਦੇਖ ਲਿਆ ਤੇ ਸੁੱਖ ਤਾਂ ਹੈ ਨਹੀਂ ਇਹਦੇ ਬਿਨਾ। ਉਹ ਕਰਦਾ ਕੀ ਫਿਰਦਾ? ਇਹਦੇ ਬਿਨਾ ਸੁੱਖ ਨਹੀਂ ਮਿਲਣਾ ਤੈਨੂੰ। ਸੁੱਖ ਪਾਇਆ ਹੀ ਨਹੀਂ ਜਦੋਂ। ਛਣ ਭੰਗੁਰ ਹੈ, ਇੱਕ ਛਣ ਲਈ ਮਿਲੂਗਾ, ਖਤਮ। ਫਿਰ ਕਿਤੇ ਹੋਰ ਭੱਜੇਗਾ ਅੱਗੇ। ਇੱਕ ਚੀਜ਼ ਪ੍ਰਾਪਤ ਹੋਈ, ਦੂਜੇ ਵੱਲ ਨੂੰ ਭੱਜਦਾ, ਅਟਰੈਕਟ ਹੋ ਜਾਂਦਾ। ਬਸ ਠੀਕ ਹੈ ਜੀ, ਮਿਲ ਗਿਆ ਜੀ। ਉਹ ਹੋਰ ਕਹਿੰਦਾ ਨਹੀਂ, ਹੋਰ ਹੈ ਜਿਹੜੀ ਉਹ ਤ੍ਰਿਸ਼ਨਾ ਹੈ, ਬਸ ਵੀ ਅੱਗੇ ਇਹਨੂੰ ਭੱਜਦਾ। ਤੇ ਉਹ ਪ੍ਰੈਜ਼ੈਂਟ ਦੇ ਵਿੱਚ ਆਉਂਦਾ ਹੀ ਨਹੀਂ ਕਦੇ। ਤਾਂ ਕਹਿੰਦੇ ਫਿਰ ਤੇਰਾ ਸਾਰਾ ਕੁਛ ਜਿਹੜਾ ਇਸ ਬਿਲਕੁਲ ਤੇਰਾ ਤਨ ਜਿਹੜਾ ਜੇ ਤੂੰ ਇਸ ਜਗਤ ਚੋਂ ਭਾਲ ਰਿਹਾ ਨਾ, ਇਸ ਸੰਸਾਰ ਦੇ ਵਿੱਚੋਂ, ਇਹ ਤਾਂ ਸਭ ਕੁਝ ਨਾਸ ਹੋ ਜਾਣਾ। ਤੇ ਪਰ ਕਹਿੰਦੇ ਨਾਲ ਹੀ ਕਹਿੰਦੇ ਜਾਣੇ ਕੋਏ ਜਾਣ, ਬਸ ਇਹਨੂੰ ਕੋਏ ਜਾਣ। ਪਰ ਜਿਹੜਾ ਜਾਣਦਾ ਹੈ ਉਹਦੇ ਵਾਸਤੇ ਉਹਦੀ ਕਿਰਪਾ ਹੈ। ਉਹਨੂੰ ਖਾਲੀ ਮੋੜਦਾ ਹੀ ਨਹੀਂ ਉਹ, ਤੇ ਉਹ ਜਾਂਦਾ ਕੋਈ ਹੈ ਬਸ। ਉਹ ਇਸ ਕਰਕੇ ਉਹ ਕਹਿੰਦੇ ਵੀ ਹੁਣ ਤੂੰ ਫਿਰ ਉਹ ਨਾਲੇ ਵੀ ਕਹਿੰਦੇ ਜਿੱਦਾਂ ਹੁੰਦਾ ਨਾ ਕਿ ਦਾਤੇ ਦਾਤ ਰੱਖੀ ਆਪਣੇ ਜਿਸ ਭਾਵੇ ਤਿਸ ਦੇ ਉੱਪਰ, ਜਿਹੜਾ ਭਾਵਨਾ ਕਰੂਗਾ ਉਹਨੂੰ ਮਿਲੂਗਾ। ਇਸੇ ਤਰ੍ਹਾਂ ਕਹਿੰਦੇ ਜਿਹਨੂੰ ਭੁਲਾਤਾ ਉਹਨੇ, ਜਿਹੜੇ ਦਿਖਾਤੇ ਬਣਾਏ ਨੇ ਦੋ ਲਿਵ ਜਿਹੜਾ ਸੰਸਾਰ ਦੇ, ਉਹ ਆਪ ਹੀ ਪਾਏ ਨੇ ਉਹਨੇ, ਸਾਰੇ ਮਾਲਕ ਨੇ। ਹੁਣ ਚਿੰਬੜਨਾ ਤਾਂ ਤੂੰ ਹੈ, ਡਿਸੀਜ਼ਨ ਤਾਂ ਤੇਰਾ। ਬਿਲਕੁਲ ਤੇਰਾ ਹੈ। ਗੇਮ ਤਾਂ ਫੇਰ ਕਹਿੰਦੇ ਫਿਰ ਉਹ ਭੁਲਾ ਦਿੰਦਾ ਉਹਨਾਂ ਨੂੰ ਵੀ ਲੱਗਿਆ ਰਿਹਾ ਤੂੰ ਇਹ ਕੰਮ ਲਈ ਆਇਆ, ਤੂੰ ਕਿਉਂ ਪਿੱਛੇ ਨਹੀਂ ਕੀਤਾ, ਤੂੰ ਹੁਣ ਤੈਨੂੰ ਕਦ ਲਈ ਦਿਆ ਮੈਂ ਤੈਨੂੰ, ਜਦ ਤੇਰੀ ਇੱਛਾ ਹੀ ਨਹੀਂ। ਤੇ ਉਹ ਫਿਰ ਤਾਂ ਹੀ ਕਹਿੰਦੇ ਵੀ ਉਹ ਸੱਚੇ ਨੂੰ ਗਾਓ ਤੇ ਉਹ ਤਾਂ ਤੁਸੀਂ ਨਿਰਵਾਣ ਤੇ ਪਹੁੰਚ ਸਕਦੇ ਹੋ। ਤੇ ਉਹ
ਜੀ ਫਿਰ ਉਹ ਪਾਪਾ ਉਹ ਤਾਂ ਤਿਆਰ ਹੀ ਆ, ਉਹ ਤਾਂ ਕਹਿੰਦਾ ਜੇ ਤੁਧ ਭਾਵੀ, ਉਹ ਤਾਂ ਤੁਸੀਂ ਸਰਨ ਦੇ ਵਿੱਚ ਜਾਓ ਤਾਂ ਸਹੀ, ਉਹਦੇ ਅੱਗੇ ਸਰੈਂਡਰ ਤਾਂ ਕਰੀਏ ਆਪਾਂ। ਤੇ ਉਹ ਤਾਂ ਤਿਆਰ ਹੈ ਜੀ, ਉਹ ਤਾਂ ਭਾਵਨਾ, ਉਹ ਤਾਂ ਕਹਿੰਦਾ ਹੈ ਵੀ ਆ ਜਾਓ ਤੁਸੀਂ, ਨਿਕਲੇ ਆਓ ਜੇ ਨਿਕਲ ਸਕਦੇ ਹੋ ਤਾਂ। ਚਲੋ ਠੀਕ ਹੈ ਜੀ। ਦੇਖ ਲਓ ਮਹਾਰਾਜ ਤਾਂ ਕਹਿੰਦੇ ਰੰਗ ਰੂਪ ਰਸ ਬਾਦ ਕੀ ਕਰੇ ਪੁਰਾਣੀਆਂ। ਕਹਿੰਦੇ ਤੂੰ ਕੀ ਕਰੀ ਜਾ ਰਿਹਾ ਹੈ, ਦੱਸ ਤੂੰ ਕੀ ਜਾ ਰਿਹਾ, ਕਿਉਂ ਤੂੰ ਕੱਚ ਦੇ ਨਾਲ ਜੁੜ ਰਿਹਾ, ਕਿਉਂ ਤੂੰ ਫੋਕ ਦੇ ਉੱਤੇ ਡਿੱਗ ਰਿਹਾ ਹੈ ਪਿਆਰਿਆ, ਕਿਉਂ ਡਿੱਗ ਰਿਹਾ ਦੱਸ। ਆਇਆ ਤੇ ਬਿਲਕੁਲ ਠੀਕ ਹੈ। ਹਾਂਜੀ ਅੱਗੇ ਪੌੜੀ, ਜੰਮਣ ਮਰਨ ਨਾ ਤਿਨ੍ਹ ਕੋ ਜੋ ਹਰ ਲੜ ਲਾਗੇ। ਦੇਖ ਲਓ ਕਲੀਅਰ ਕੱਟ ਕਹਿ ਰਿਹਾ ਭਾਈ, ਪਰਮੇਸ਼ਰ ਦੇ ਲੜ ਲਾਗੇ, ਜਿਨ੍ਹਾਂ ਨੇ ਮਾਲਕ ਨੂੰ ਆਪਣੇ ਜੀਵਨ ਦੇ ਵਿੱਚ ਲਿਆਂਦਾ, ਜਿਨ੍ਹਾਂ ਨੇ ਸਵੇਰ ਸ਼ਾਮ ਭਗਤੀ ਅੰਦਰ ਵੜਨਾ ਸਿੱਖ ਲਿਆ, ਵਿਚਾਰ ਬੰਦ ਕਰਨੇ ਸਿੱਖ ਲਏ ਭਾਈ, ਉਹਨਾਂ ਨੂੰ ਜਨਮ ਮਰਨ ਦਾ ਗੇੜਾ ਖਤਮ ਹੋ ਗਿਆ ਉਹਨਾਂ ਦਾ। ਜੰਮਣ ਮਰਨ ਨਾ ਤਿਨ੍ਹ ਕੋ ਜੋ ਹਰ ਲੜ ਲਾਗੇ, ਜੀਵਤ ਸੇ ਪਰਵਾਨ ਹੋਏ ਹਰ ਕੀਰਤਨੇ ਜਾਗੇ। ਆਇਆ ਕੀਰਤਨ ਪ੍ਰੇਮ ਦੇ ਨਾਲ ਭਗਤੀ ਕਰਨੀ, ਇਹਨੂੰ ਕੀਰਤਨ ਕਹਿੰਦੀ ਹੈ ਬਾਣੀ। ਕਲਯੁਗ ਮੈਂ ਕੀਰਤਨ ਪ੍ਰਧਾਨਾ ਕਿਹੜਾ, ਗੁਰਮੁਖ ਜਪੀਏ ਲਾਏ ਧਿਆਨਾ। ਆਹ ਕੀਰਤਨ ਪ੍ਰਧਾਨ ਹੈ ਭਾਈ। ਜਪੋ ਤੇ ਮਾਲਕ ਵਾਲ ਆਪਣੇ ਵਿਚਾਰ ਬੰਦ ਕਰੀ ਜਾਓ। ਇੱਕ ਟਾਈਮ ਆਊਗਾ ਵਿਚਾਰ ਘਟ ਜਾਣਗੇ, ਜਿਹੜੇ ਵਿਚਾਰ ਛੱਡੀ ਜਾ ਰਹੇ ਨਹੀਂ ਲੈ ਰਹੇ ਆਪਾਂ, ਉਹ ਮਾਇਆ ਬਾਰ-ਬਾਰ ਨਹੀਂ ਦਿੰਦੀ ਵਿਚਾਰ, ਆਪਣੇ ਹੀ ਵਿਚਾਰ ਆਪਣੀ ਫੀਲਡ ਤੋਂ ਹੀ ਚੱਕ ਕੇ ਦਿੰਦੀ ਆਪਾਂ ਨੂੰ। ਜੋ ਆਪਾਂ ਨੇ ਕਮਾਏ ਹੋਏ ਜੋ ਸੰਸਕਾਰ ਹੈਗੇ ਉੱਥੋਂ ਹੀ ਚੱਕਿਆ ਜਾਂਦਾ ਡਾਟਾ, ਔਰ ਉਹ ਡਾਟਾ ਖਤਮ ਹੋ ਜਾਣਾ ਧਿਆਨ ਸਿਮਰਨ ਦੇ ਨਾਲ। ਜਿਹੜੇ ਵਿਚਾਰ ਨਹੀਂ ਲੈਂਦੇ ਆਪਾਂ, ਉਹ ਨਹੀਂ ਸੁੱਟੇਗੀ ਮਾਇਆ। ਜੰਮਣ ਮਰਨ ਨਾ ਤਿਨ੍ਹ ਕੋ ਜੋ ਹਰ ਲੜ ਲਾਗੇ, ਜੀਵਤ ਸੇ ਪਰਵਾਨ ਹੋਏ ਹਰ ਕੀਰਤਨੇ ਜਾਗੇ। ਸਾਧ ਸੰਗ ਜਿਨ ਪਾਇਆ ਸਹੀ ਵਡ ਭਾਗੇ। ਜਿਨ੍ਹਾਂ ਨੇ ਸਾਧ ਸੰਗਤ ਪਾ ਲਈ, ਜਿਨ੍ਹਾਂ ਨੇ ਗੁਰੂ ਦੀ ਸੰਗਤ, ਬ੍ਰਹਮ ਗਿਆਨੀਆਂ ਦੀ ਸੰਗਤ ਪਾ ਲਈ। ਸਾਧ ਸੰਗ ਕੀ ਹੈ, ਜਦ ਆਪਾਂ ਗੁਰੂ ਦੇ ਅਨੁਸਾਰ ਚੱਲ ਪਏ, ਮਾਲਕ ਪਰਮਾਤਮਾ ਦਾ ਧਿਆਨ, ਮਾਲਕ ਨੂੰ ਆਪਣੇ ਜੀਵਨ ਦੇ ਵਿੱਚ ਲੈ ਆਂਦਾ, ਉਹਦੀ ਯਾਦ ਨੂੰ, ਉਹ ਹੈ ਸਾਧ ਸੰਗ ਪਾਈ। ਬਾਕੀ ਨਹੀਂ ਤਾਂ ਇਹਨੂੰ ਕਹੀਏ ਵੀ ਆਪਾਂ ਹੁਣ ਜਿਹੜੇ ਹੈਗੇ ਬੈਠੇ ਆ ਸੁਣ ਰਹੇ ਆ ਤੇ ਸਾਧ ਸੰਗਤ ਤਾਂ ਪਾਈ। ਜਦ ਆਪਾਂ ਇਹ ਗੱਲ ਮੰਨ ਲਵਾਂਗੇ ਤੇ ਉਹ ਹੋਈ ਸੰਗਤ ਤਾਂ ਹੋਈ ਭਾਈ, ਅੰਦਰ ਆਪਣੇ ਮਨ ਦੀ ਸੰਗਤ ਤਾਂ ਹੋਈ। ਸਾਧ ਸੰਗ ਲਿਖਿਆ ਹੋਇਆ ਗੱਗੇ ਨੂੰ ਸਿਆਰੀ ਨਹੀਂ ਹੈਗੀ ਆ, ਨਾਉਨ ਹੈਗਾ। ਸਾਧ ਸੰਗ ਜਿਨ ਪਾਇਆ ਸਹੀ ਵਡ ਭਾਗੇ। ਉਹ ਤਾਂ ਵੱਡੇ ਭਾਗਾਂ ਵਾਲੇ ਆ ਭਾਈ, ਉਹਨਾਂ ਨੂੰ ਜੰਮਣ ਮਰਨ ਥੋੜੀ ਨਾ ਹੈਗਾ, ਉਹ ਤਾਂ ਪਰਵਾਨ ਹੈਗੇ ਜਿਉਂਦੇ ਜੀ ਭਾਈ। ਉਹ ਤਾਂ ਜਾਗ ਗਏ ਕੀਰਤਨ ਦੇ ਵਿੱਚ, ਕੀਰਤੀ ਦੇ ਵਿੱਚ। ਨਾਏ ਵਿਸਰੈ ਤ੍ਰਿਗ ਜੀਵਣਾ ਟੁੱਟੇ ਕਛ ਤਾਗੇ। ਇਸ ਤੋਂ ਇਲਾਵਾ ਕਹਿੰਦੇ ਆ ਭਗਤੀ ਜਿਹੜੀ ਹੈਗੀ ਪ੍ਰੇਮਾ ਭਗਤੀ, ਇਹਨੂੰ ਆਪਣੇ ਜੀਵਨ ਤੋਂ ਵਿਸਾਰ ਦੇਣਾ। ਕਹਿੰਦੇ ਇਹ ਤਾਂ ਭਾਈ ਧਿਕਾਰਿਆ ਜੀਣਾ ਐਸਾ, ਇਹ ਤਾਂ ਕੱਚੇ ਤਾਗੇ ਆ। ਕਿਉਂ ਵਿਸਾਰਦੇ ਆਪਾਂ? ਕਿਉਂਕਿ ਆਪਾਂ ਮਾਇਆ ਦੇ ਮੋਹ ਦੇ ਪਦਾਰਥਾਂ ਦੇ ਜਿਹੜੇ ਹੈਗੇ ਉਹ ਧਾਗਿਆਂ ਦੇ ਨਾਲ ਬੰਨੇ ਜਾਂਦੇ ਆ, ਉਹ ਆਪਾਂ ਨੂੰ ਚੰਗੇ ਲੱਗਦੇ ਆ, ਉਹ ਸਵਾਦ। ਨਾਏ ਵਿਸਰੈ ਤ੍ਰਿਗ ਜੀਵਣਾ ਟੁੱਟੇ ਕਛ ਤਾਗੇ। ਕਹਿੰਦੇ ਉਹ ਤਾਂ ਟੁੱਟ ਜਾਣੇ ਭਾਈ, ਤੇਰੇ ਸਰੀਰ ਤੱਕ ਹੀ ਹੈਗੇ। ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪਿਰਾਗੇ। ਦੇਖ ਲਾ ਪਿਆਰਿਆ, ਇਹ ਸਾਧੂਆਂ ਦੀ ਧੂੜ ਜਿਹੜੀ ਹੈ, ਬ੍ਰਹਮ ਗਿਆਨੀ ਦੀ ਧੂੜ ਜਿਹੜੀ ਹੈ, ਬ੍ਰਹਮ ਗਿਆਨੀਆਂ ਦੀ ਗਾਈਡੈਂਸ ਜਿਹੜੀ ਹੈ, ਬ੍ਰਹਮ ਗਿਆਨੀਆਂ ਦਾ ਗਿਆਨ ਜਿਹੜਾ ਹੈਗਾ, ਇਹ ਤਾਂ ਪੁਨੀਤ ਕਰ ਦਿੰਦੀ ਆ ਭਾਈ। ਇਹ ਤਾਂ ਮੈਲੇ ਨੂੰ ਪਵਿੱਤਰ ਤੋਂ ਪੁਨੀਤ ਕਰ ਦਿੰਦੀ ਆ। ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪਿਰਾਗੇ। ਲੱਖਾਂ ਕਰੋੜਾਂ ਪ੍ਰਯਾਗ ਇਸ਼ਨਾਨ ਜਿਹੜੇ ਹੈਗੇ ਨਹੀਂ ਕਰ ਸਕਦੇ ਭਾਈ। ਇਹ ਸਾਧੂ ਦੀ ਧੂੜ ਜਿਹੜੀ ਹੈਗੀ, ਜੇ ਕੋਈ ਲੈ ਲੈ, ਜੇ ਗੁਰੂ ਦੀ ਗੱਲ ਮੰਨ ਲੈ, ਬ੍ਰਹਮ ਗਿਆਨੀ ਦੀ ਗੱਲ ਮੰਨ ਲੈ, ਤੇ ਪਵਿੱਤਰ ਹੋ ਜਾਂਦਾ। ਹਾਂਜੀ ਸੁਖਵਿੰਦਰ ਜੀ। ਹਾਂਜੀ ਉਹ ਕਹਿੰਦੇ ਜੀ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਉਹ ਕੀਰਤ ਕੀ ਹੈ? ਉਹ ਰਸਨਾ ਨਾਲ ਜਿਹੜੀ ਮਨ ਦੀ ਰਸਨਾ, ਉਹਦੇ ਨਾਲ ਜੁੜ, ਉਹੀ ਕੀਰਤ ਹੈ। ਨਿਰਵਿਚਾਰ ਦੇ ਵਿੱਚ ਬੈਠ ਤੇ ਕਿਉਂਕਿ ਅਵਰ ਕਾਜ ਤੇਰੇ ਕਿਤੇ ਨਾ ਕੰਮ ਮਿਲ, ਸਾਧ ਸੰਗਤ ਭਜ ਕੇਵਲ ਨਾਮ। ਤੇ ਨਾਲ ਉਹ ਦੱਸ ਰਹੇ ਨੇ, ਕਹਿੰਦੇ ਵੀ ਇਹਦੇ ਨਾਲ ਹੋਏਗਾ ਕੀ। ਆਪ ਇਹ ਵੀ ਦੱਸ ਰਹੇ ਕਿ ਵੀ ਜੰਮਣ ਮਰਨਾ ਇਹ ਤਾਂ ਫਿਰ ਖਤਮ ਹੈ ਨਾ, ਤੂੰ ਆਪਦਾ ਲੇਖਾ ਮੁਕਾ ਲਿਆ। ਜੋ ਉਹਦਾ ਭੇਦ ਸੀ ਉਹਨੂੰ ਤੂੰ ਵਿੰਨ ਲਿਆ। ਮਾਲਕ ਨੇ ਜੋ ਭੇਦ ਪਾ ਕੇ ਭੇਜਿਆ ਸੀ ਲੇਵ ਔਰ ਧਾਤ ਦੇ ਵਿੱਚ, ਉਹ ਵਿੰਨ ਲਿਆ ਉਹਨੇ। ਜਿਹੜੇ ਉਹ ਕਿੰਨਾ ਨੇ, ਜਿਹੜੇ ਉਹਦੇ ਲੜ ਨਾਲ ਲੱਗ ਗਏ,
ਜਿਨ੍ਹਾਂ ਨੇ ਪੱਲਾ ਫੜ ਲਿਆ ਉਹਦਾ ਮਾਲਕ ਦਾ, ਆਪਣੇ ਆਪ ਨੂੰ ਵਿੱਚੋਂ ਹਟਾ ਲਿਆ। ਤੇ ਬਸ ਇਹ ਬੁੱਧੀ ਉਹੀ ਹੈ ਨਾ, ਐਜ਼ ਇਟ ਇਜ਼ ਉਹਨੂੰ ਐਕਸੈਪਟ ਕਰ ਲਿਆ। ਔਰ ਉਹਨੂੰ ਜੋ ਅੰਦਰ ਜੋ ਕੰਨ ਸੁਣ ਰਹੇ ਨੇ, ਕੰਨ ਸੁਣ ਰਹੇ ਸੀ, ਉਹਨਾਂ ਨੂੰ ਹਿਰਦੇ ਤੱਕ ਉਤਾਰਤਾ ਬਸ। ਆਪਣੀ ਬੁੱਧੀ ਨਾਲ ਉਹਦਾ ਕੋਈ ਚੁਆਇਸ ਨਹੀਂ ਦਿੱਤੀ ਕਿ ਨਾ ਇਹ ਠੀਕ ਹੈ, ਇਹ ਗਲਤ ਬੋਲ ਰਿਹਾ, ਉਹ ਠੀਕ ਬੋਲ ਰਿਹਾ। ਨਾ, ਜੋ ਆ ਰਿਹਾ ਉਹ ਮਾਲਕਾ, ਜੋ ਆ ਰਿਹਾ ਤੂੰ ਸਹੀ ਆ ਰਿਹਾ, ਜੋ ਆ ਰਹੀ ਜੈਸੀ ਮੈਂ ਆਵੇ ਕਸਮ ਕੀ ਬਾਣੀ ਤੈਸਾ ਕਰੀ ਗਿਆਨ ਵੇ ਲਾਲੋ। ਤੇ ਉਹ ਕਹਿੰਦੇ ਫਿਰ ਉਹਨੂੰ ਉਹ ਫਿਰ ਉਹ ਪ੍ਰਵਾਨ ਹੋ ਗਏ ਜਿਨ੍ਹਾਂ ਨੇ ਉਹਦੀ ਕੀਰਤੀ ਕੀਤੀ। ਹੋਣਾ ਕਿੱਥੋਂ ਹੈ ਇਹ? ਸਾਧ ਸੰਗਤ ਦੇ ਵਿੱਚ। ਸਾਧ ਸੰਗਤ, ਸਾਧਨਾ ਕਰਨ ਵਾਲੇ ਦੀ ਸੰਗਤ, ਉਸ ਔਰਾ ਦੇ ਵਿੱਚ ਬੈਠੇ, ਉਸ ਔਰਾ, ਉਸ ਵਾਈਬ੍ਰੇਸ਼ਨ ਦੇ ਵਿੱਚ ਉਸ ਗੱਲ ਨੂੰ, ਭੇਦ ਨੂੰ ਸੁਣਿਆ। ਉਹਨੂੰ ਉਹ ਕਹਿੰਦੇ ਬੜੇ ਭਾਗੇ ਨੇ ਜੋ ਉੱਥੋਂ ਧੂੜੀ ਆ ਗਈ। ਉੱਥੋਂ ਧੂੜੀ ਕੀ ਆ ਗਈ? ਵਿਧੀ ਆ ਗਈ। ਉਹ ਵਿਧੀ ਆ ਗਈ ਤੇ ਉਹਨਾਂ ਨਾਲ ਫਿਰ ਉਹ, ਜੇ ਨਹੀਂ ਹੈ ਤੂੰ ਏਦਾਂ ਦਾ ਕਰਿਆ ਤਾਂ ਫਿਰ ਤਾਂ ਧਰੇਗਿਆ ਕਹਿੰਦੇ ਤੇਰਾ ਜੀਣਾ। ਬਿਲਕੁਲ ਹੈ ਨਾ ਜੀ। ਉਹ ਉਸ ਪ੍ਰਮਾਤਮਾ ਦੀ ਖੇਡ ਐਸੀ ਹੈ। ਉਹਨੂੰ ਮੈਂ ਉਸ ਦਿਨ ਸੁਣ ਰਿਹਾ ਸੀ ਗੁਰਕੀ ਵੀਰ ਜੀ ਨੂੰ, ਉਹ ਕਹਿੰਦੇ ਵੀ 3 ਅਵਸਥਾ ਦੱਸੀਆਂ ਸੀ ਨਾ ਉਹਨਾਂ ਨੇ, ਕਿ ਵੀ ਇੱਕ ਜਾਗਰਤ, ਸਪਨ ਤੇ ਸੁਖਾਪਤੀ। ਹੁਣ ਹੋਸ਼ ਤੁਸੀਂ ਜਾਗਰਤ ਚ ਨਹੀਂ, ਜਦ ਤੁਸੀਂ ਪਹਿਲਾਂ ਸੰਭਾਲਿਆ, ਰੋਟੀ ਖਾ ਰਹੇ ਆ ਤਾਂ ਰੋਟੀ ਖਾ ਰਹੇ ਆ, ਸੁਣ ਰਹੇ ਆ ਤਾਂ ਸੁਣ ਰਹੇ ਆ, ਖਾ ਪੀ ਰਹੇ ਆ ਤਾਂ ਪੀ ਰਹੇ, ਨਹਾ ਰਹੇ ਆ ਤਾਂ ਨਹਾ ਰਹੇ ਆ, ਤੁਰ ਰਹੇ ਆ ਤਾਂ ਤੁਰ ਰਹੇ ਆ। ਉੱਥੇ ਨਹੀਂ ਸੰਭਾਲਿਆ, ਵਰਤਮਾਨ ਚ ਉੱਥੇ ਨਹੀਂ ਬੈਠੇ ਤੇ ਸੁਪਨੇ ਚ ਕਿੱਦਾਂ ਜਾਓਗੇ? ਉੱਥੇ ਹੋਸ਼ ਸੰਭਾਲਣਾ, ਕਿਉਂਕਿ ਸੁਪਨਾ ਦੇਖ ਰਿਹਾ, ਦੇਖਣ ਵਾਲਾ ਹੋਰ ਹੈ। ਫਿਰ ਉਹ ਜਦੋਂ ਸੁਖਾਪਤੀ ਦੇ ਵਿੱਚ ਤੁਹਾਨੂੰ ਇਹ ਪਤਾ ਲੱਗਣਾ ਕਿ ਮੈਂ ਸੁੱਤਾ ਹੋਇਆ, ਮਤਲਬ ਮੈਂ ਦੇਖ ਰਿਹਾ ਸੁੱਤੇ ਹੋਏ ਨੂੰ, ਸੌਰੀ ਹਾਂ, ਕਿ ਮੈਂ ਸੁੱਤੇ ਪਏ ਨੂੰ ਦੇਖ ਰਿਹਾ। ਉਹ ਦੁਨੀਆ ਬਸ ਉਹੀ ਪ੍ਰਮਾਤਮਾ, ਉਹ ਗੋਡਲੀਨੈਸ ਹੈ, ਉਹੀ ਪ੍ਰਮਾਤਮਾ ਦਾ ਇੱਕ ਅਹਿਸਾਸ ਹੈ, ਉਹੀ ਉਹਦਾ ਮੰਡਲ ਹੈ। ਬਸ ਪ੍ਰਮਾਤਮਾ ਭਲੀ ਕਰੇ ਸਾਰਿਆਂ ਨਾਲ ਏਦਾਂ ਦਾ ਵਾਪਰੇ। ਉਹ ਤਾਂ ਆਨੰਦ, ਫਿਰ ਉਹ ਖੇੜਾ ਮਸਤੀ ਉਹ ਜਾਂਦਾ ਹੀ ਨਹੀਂ। ਪ੍ਰਮਾਤਮਾ ਕਿਰਪਾ ਕਰੇ। ਹਾਂਜੀ, ਵਾਹਿਗੁਰੂ। ਹਾਂ, ਸ਼ਲੋਕ ਮਹੱਲਾ 5ਵਾਂ। ਤਰਨ ਸੁਵੰਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਉੱਠਾ। ਧਰਤੀ, ਇਹ ਧਰਤੀ ਕਿਹੜੀ ਧਰਤੀ ਦੀ ਗੱਲ ਕਰ ਰਹੇ ਭਾਈ? ਇਹ ਅੰਦਰਲੀ ਹਿਰਦੇ ਧਰਤੀ ਦੀ ਗੱਲ ਕਰ ਰਹੇ। ਕਹਿੰਦੇ ਉਹ ਪਰਮਾਤਮਾ ਪ੍ਰੇਮ ਪੁਰਖ ਮਨੇ ਉੱਠਾ, ਉਹ ਮਨ ਦੇ ਵਿੱਚ ਉੱਠ ਗਿਆ ਭਾਈ। ਉਹ ਮਾਲਕ ਪਰਮਾਤਮਾ, ਜਿਸ ਮਨ ਦੇ ਵਿੱਚ ਜਿਹੜਾ ਹੈਗਾ ਮਾਲਕ ਪਰਮਾਤਮਾ ਉੱਠ ਜਾਂਦਾ ਹੈ ਭਾਈ, ਉਹ ਧਰਤੀ ਰਤਨਾਂ ਨਾਲ ਜੜ ਜਾਂਦੀ ਹੈ ਭਾਈ, ਸੋਨੇ ਵੰਨੀ ਹੋ ਜਾਂਦੀ ਹੈ। ਤਰਨ ਸੁਵੰਨੀ ਖੜ ਰਤਨ ਜੜਾਵੀ, ਰਤਨਾਂ ਨਾਲ ਜੜ ਗਈ। ਕੀਮਤੀ ਕੀਮਤੀ ਗੁਣ ਸਾਰੇ ਆ ਜਾਂਦੇ ਆ ਉਹਦੇ ਅੰਦਰ। ਹਰ ਪ੍ਰੇਮ ਪੁਰਖ, ਜਿਹਦੇ ਅੰਦਰ ਗੁਣ ਆ ਗਏ ਤੇ ਪ੍ਰੇਮ ਪੁਰਖ ਮਨੇ ਉੱਠਾ, ਉਹ ਮਨ ਦੇ ਵਿੱਚ ਉੱਠ ਜਾਣਾ ਹੈ ਮਾਲਕ ਪਰਮਾਤਮਾ ਨੇ। ਸਭੇ ਕਾਜ ਸੁਹੇਲੜੇ ਥੀਏ, ਸਾਰੇ ਕੰਮ ਸੁਹੇਲੇ ਹੋ ਗਏ ਭਾਈ। ਔਰ ਕਿਹਦੇ ਅੰਦਰ ਉੱਠਾ? ਕਿਵੇਂ ਉੱਠਾ? ਗੁਰ ਨਾਨਕ ਸਤਿਗੁਰ ਤੁਠਾ। ਕਹਿੰਦੇ ਜਿਹਦੇ ਅੰਦਰ ਗੁਰੂ, ਨਾਨਕ ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ, ਉਹ ਸਤਿਗੁਰੂ ਜਿਹਦੇ ਅੰਦਰ ਟੁੱਟ ਜਾਂਦਾ ਆ। ਸਤਿਗੁਰੂ ਕਿਵੇਂ ਟੁੱਟਦਾ ਹੈ? ਸਤਿਗੁਰੂ ਟੁੱਟਦਾ ਹੈ ਜੇ ਸਤਿਗੁਰੂ ਜੋ ਕਹਿ ਰਹੇ ਆ, ਜੋ ਕਹਿ ਰਹੇ ਮਹਾਰਾਜ ਇਹ ਕੰਮ ਕਰਾਂਗੇ ਤੇ ਸਤਿਗੁਰੂ ਟੁੱਟ ਜਾਂਦਾ ਹੈ। ਜਿਹਦੇ ਸਤਿਗੁਰੂ ਟੁੱਟ ਗਿਆ, ਉਹਦੇ ਸਾਰੇ ਕਾਰਜ ਸੁਹੇਲੜੇ ਹੋ ਗਏ। ਉਹ ਧਰਤੀ ਜਿਹੜੀ ਹੈਗੀ ਸੁਵੰਨੀ ਹੋ ਗਈ। ਉਹਦੇ ਅੰਦਰ ਰਤਨ ਗੁਣ, ਸਾਰੇ ਗੁਣ ਆ ਗਏ ਉਸ ਧਰਤੀ ਦੇ ਅੰਦਰ, ਔਰ ਉਹ ਮਾਲਕ ਪਰਮਾਤਮਾ ਉੱਠ ਗਿਆ। ਹਾਂਜੀ ਸੁਖਵਿੰਦਰ। ਹਾਂਜੀ ਬਿਲਕੁਲ ਜੀ, ਸੈਲਫ ਐਕਸਪਲੇਨੇਟਰੀ ਆਪਾਂ ਗੱਲ ਕਰ ਹੀ ਚੁੱਕੇ ਹਾਂ ਕਿ ਵੀ ਉਹ ਧਰਤੀ, ਉਹ ਜਿਹੜਾ ਸਰੀਰ, ਧਰਤੀ, ਉਹ ਸਾਰੀ ਉਹ ਮਤਲਬ ਜਿੱਦਾਂ ਉਹ ਤਰੇਲ ਦੀਆਂ ਬੂੰਦਾਂ ਨਾਲ ਉਹ ਬਿਲਕੁਲ ਏਦਾਂ ਜੜਿਆ ਜਾਂਦਾ ਨਾ, ਮਤਲਬ ਰਤਨ ਘਾਹ ਦੇ ਉੱਤੇ, ਓਦਾਂ ਦਾ ਉਹ ਚਿੱਤਰਨ ਕਰ ਰਹੇ ਨੇ ਕਿ ਵੀ ਉਹ ਪ੍ਰਮਾਤਮਾ ਜਿਹੜਾ ਉਹ ਸਰੀਰ, ਉਹ ਸੋਹਣੀ ਧਰਤੀ ਹੋ ਗਈ ਉਹ ਸਾਰੀ, ਜਿੱਥੇ ਉਹ ਪ੍ਰਮਾਤਮਾ ਆ ਕੇ ਬੁੱਟ ਕੇ ਬੈਠ ਗਿਆ ਜਾਂ ਹੈ ਨਾ ਜੀ। ਤੇ ਉਹ ਸਾਰੀ ਉਹ ਸਭ ਸਾਰੇ ਕੰਮ ਹੀ ਆਪੇ ਹੋ ਗਏ, ਸਾਰੇ ਕੰਮ। ਉਹ ਤੇਰੇ ਘਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਇਹ ਨਾ ਘਾਹ ਵਗੈਰਾ ਦੀ ਗੱਲ ਨਹੀਂ ਹੈ ਸੁਖਵਿੰਦਰ ਜੀ। ਨਹੀਂ, ਚਲੋ ਜਨਰਲ ਦੱਸੀਏ, ਇੱਕ ਐਗਜ਼ਾਮਪਲ ਦੇ ਰਹੇ। ਨਹੀਂ, ਚਿੱਤਰਨ ਕਰਨ ਦੀ। ਹਾਂ, ਇਹ ਤਾਂ ਜਿਹੜੀ ਹੈਗੀ ਆ, ਇਹ ਤਾਂ ਇਨਸਾਨ ਦੇ ਅੰਦਰ ਹਿਰਦਾ ਧਰਤੀ ਦੀ ਗੱਲ ਹੋ ਰਹੀ ਹੈ, ਇਹ ਸਰੀਰ ਦੀ ਵੀ ਗੱਲ ਨਹੀਂ। ਹਾਂਜੀ ਹਾਂਜੀ ਬਿਲਕੁਲ ਜੀ, ਬਿਲਕੁਲ। ਤਰਨ ਸੁਵੰਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨੇ ਉੱਠਾ। ਸਭੇ ਕਾਜ ਸੁਹੇਲੜੇ ਥੀਏ, ਗੁਰੂ ਨਾਨਕ ਸਤਿਗੁਰ ਤੁਠਾ। ਮਹੱਲਾ 5ਵਾਂ। ਫਿਰਦੀ ਫਿਰਦੀ ਦਹਿ ਦਿਸਾ, ਜਲ ਪਰਬਤ ਬਨ ਰਾਏ। ਇਹ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ, ਆਹੀ ਜਿਹੜਾ ਹੈਗਾ ਆਪਣੀ ਬਿਰਤੀ ਇਸ ਤਰ੍ਹਾਂ ਦੀ, ਆਪਣਾ ਮਨ ਇਸ ਤਰ੍ਹਾਂ ਦਾ ਹੈ। ਇਹ ਟਿਕਦਾ ਨਹੀਂ ਹੈ ਕਿਸੇ ਵੀ ਜਗ੍ਹਾ ਦੇ ਉੱਤੇ। ਕੋਈ ਵੀ ਚੰਗੀ ਤੋਂ ਚੰਗੀ ਚੀਜ਼ ਜਿਹੜੀ ਹੈਗੀ ਉਹਨੂੰ ਰਿਜੈਕਟ ਕਰ ਦਿੰਦਾ ਹੈ। ਮੰਦੀ ਤੋਂ ਮੰਦੀ ਚੀਜ਼ ਜਿਹੜੀ ਹੈਗੀ
ਬਹੁਤ ਹੀ ਘਟੀਆ ਚੀਜ਼ ਜਿਹੜੀ ਹੈਗੀ ਉਹਦੇ ਉੱਤੇ ਡਿੱਗ ਪੈਂਦਾ। ਫਿਰਦੀ ਫਿਰਦੀ ਦਹਿ ਦਿਸਾ ਜਲ ਪਰਬਤ ਬਨ ਰਾਏ, ਜਿਵੇਂ ਇੱਲ ਹੁੰਦੀ ਆ ਉਹ ਜਿਹੜੀ ਹੈਗੀ ਉੱਪਰ ਆਕਾਸ਼ 'ਚ ਬਹੁਤ ਉੱਚੀ ਉਡਾਰੀ ਮਾਰਦੀ ਆ, ਉਹਦੀ ਨਜ਼ਰ ਇੰਨੀ ਜਿਹੜੀ ਹੈਗੀ ਪਰ ਤੇਜ਼ ਹੁੰਦੀ ਆ, ਜਿੱਥੇ ਵੀ ਦੇਖਦੀ ਹੈ ਕੋਈ ਮ੍ਰਿਤਕ ਹੈ ਉਸ ਜਗ੍ਹਾ ਤੇ ਆ ਕੇ ਬਹਿ ਜਾਂਦੀ, ਉੱਥੇ ਆ ਕੇ ਫਿਰਦੀ ਫਿਰਦੀ ਦਹਿ। ਇਸੇ ਤਰੀਕੇ ਨਾਲ ਆਪਣੀ ਬਿਰਤੀ ਹੈਗੀ, ਆਪਣਾ ਮਨ ਹੈਗਾ ਭਾਈ, ਇਹਨੇ ਜਿੱਥੇ ਵੀ ਦੇਖਣਾ ਹੈ ਭੋਗ ਕੋਈ ਅਵਗੁਣ ਪਦਾਰਥ ਜਿਹੜਾ ਹੈਗਾ ਉਹਨੂੰ ਮੰਨਣਾ ਹੀ ਮੰਨਣਾ ਹੈ। ਫਿਰਦੀ ਫਿਰਦੀ ਦਹਿ ਦਿਸਾ ਜਲ ਪਰਬਤ ਬਨ ਰਾਏ ਕਹਿੰਦੇ ਆ ਜਿਹੜੀ ਵੈਜੀਟੇਸ਼ਨ, ਜਲ ਪਾਣੀ, ਪਰਬਤ ਪਹਾੜਾਂ ਦੇ ਉੱਪਰ ਦੀ ਉੱਡ ਜਾਂਦੀ ਆ। ਜਿੱਥੇ ਡਿੱਠਾ ਮਿਰਤ ਕੋ ਇੱਲ ਬੈਠੀ ਆਏ, ਇੱਲ ਜਿਹੜੀ ਆ ਕੇ ਬਹਿ ਜਾਂਦੀ ਹੈ ਭਾਈ। ਆਇਆ ਮਨ, ਬਸ ਇਸ ਚੋਂ ਇਹਨੂੰ ਮਨ ਦੇ ਉੱਤੇ ਕੰਟਰੋਲ ਪਾਉਣਾ ਹੈ, ਚੈੱਕ ਪੋਸਟ ਲਾਉਣੀ ਹੈ ਆਪਣੇ ਅੰਦਰ। ਭਗਤੀ ਨਾਮ ਦੀ ਚੀਜ਼, ਭਗਤੀ ਕਿਹਨੂੰ ਕਹਿੰਦੇ ਆ ਭਾਈ? ਭਗਤੀ ਹੈਗੀ ਚੈੱਕ ਪੋਸਟ, ਮਨ ਦੇ ਉੱਤੇ ਚੈੱਕ। ਮਨ ਕਹਿੰਦਾ ਇੱਧਰ ਜਾਣਾ ਹੈ, ਆਹ ਦੇਖਣਾ ਹੈ, ਆਹ ਕਰਨਾ ਹੈ, ਕਿਉਂ, ਕਦ ਲਈ? ਬਸ ਚੈੱਕ ਪੋਸਟ ਲਾ ਦਿਓ, ਉਹਨੂੰ ਕੁਐਸਚਨ ਕਰ ਲਓ, ਨਹੀਂ ਜਾਣ ਦੇਣਾ, ਇਹਦੀ ਲੋੜ ਨਹੀਂ ਹੈਗੀ। ਇਹਨੂੰ ਜਿਹੜਾ ਹੈਗਾ ਮ੍ਰਿਤਕ ਨਹੀਂ, ਇਹਨੂੰ ਮ੍ਰਿਤਕ ਜਿਹੜੇ ਹੈਗੇ ਉਹਨਾਂ ਦੇ ਵੱਲ ਜਾਣ ਦੇਣਾ। ਮਹੱਲਾ ਪੰਜਵਾਂ, ਫਿਰਦੀ ਫਿਰਦੀ ਦਹਿ ਦਿਸਾ ਜਲ ਪਰਬਤ ਬਨ ਰਾਏ, ਜਿੱਥੇ ਡਿੱਠਾ ਮਿਰਤ ਕੋ ਇੱਲ ਬੈਠੀ ਆਏ। ਹਾਂਜੀ ਸੁਖਿੰਦਰ ਜੀ। ਹਾਂ ਬਿਲਕੁਲ ਠੀਕ ਹੈ ਜੀ। ਉਹ ਮਨ ਜਿਹੜਾ ਇਹ ਮਨੂ ਆ ਜੋ ਦਹਿ ਦਿਸਦਾ ਹੈ, ਉਹ ਦਸੇ ਦਿਸ਼ਾ ਵਿੱਚ ਭਜਦਾ, ਉਹ ਜੇ ਇਹ ਭੱਜਿਆ ਫਿਰਦਾ ਇੱਧਰ ਉਧਰ, ਇਸੇ ਨੂੰ ਕਾਬੂ ਕਰਨ ਇਹੀ ਭਗਤੀ ਹੈ। ਮਨ ਨੂੰ ਟਿਕਾਅ 'ਚ ਲਿਆਣਾ ਹੈ, ਇਹਨੂੰ ਬਾਉਂਡਰੀ ਤੇ ਖੜਾ ਕਰ ਦੇਣਾ ਹੈ। ਜਦੋਂ ਖਾਸ ਕਰਕੇ ਜਦੋਂ ਅਸੀਂ ਧਿਆਨ 'ਚ ਬੈਠਦੇ ਹਾਂ ਜਾਂ ਸੁਣ ਰਹੇ ਹਾਂ, ਸੰਗਤ 'ਚ ਬੈਠੇ ਹਾਂ, ਇਹਨੂੰ ਕਹਿ ਵੀ ਤੂੰ ਟਿਕ, ਹੁਣ ਬਸ ਬਹੁਤ ਹੋ ਗਿਆ, ਤੂੰ ਕਿੰਨੇ ਜਨਮਾਂ ਤੋਂ ਕਰਦਾ ਆ ਰਿਹਾ ਹੈ, ਹੁਣ ਟਿਕ। ਤੇ ਉਹਨੂੰ ਟਿਕਾਅ ਚ ਲਿਆਣ ਦੀ ਹੀ ਸਾਰੀ ਭਗਤੀ ਹੈ ਕਿ ਮੈਨੂੰ ਆਪਦੇ ਮੂਲ ਨਾਲ ਜੁੜਨ ਦੇ। ਉਹ ਜਿਹੜੇ ਉਹ ਪੱਥਰ ਹਟਾਉਣ ਵਾਲੀ ਗੱਲ ਹੁੰਦੀ ਹੈ ਨਾ ਜੀ, ਉਹ ਤਾਂ ਹੀ ਝਰਨਾ ਪੁੱਟਣਾ ਹੈ ਜੇ ਇਹਨੂੰ ਅਸੀਂ ਮਨ ਨੂੰ 10 ਦਿਸ਼ਾਵਾਂ ਤੋਂ ਰੋਕਾਂਗੇ। ਬਿਰਤੀਆਂ ਇਹਦੀਆਂ ਇਹ ਤਾਂ ਥੋੜਾ ਜਿਹਾ ਆਇਆ ਨਹੀਂ, ਇਹਨੂੰ ਕੋਈ ਚੋਗਾ ਪਿਆ ਨਹੀਂ, ਤੇ ਇਹਨੇ ਝੱਟ ਮਾਰਦਾ। ਦੇਖੋ ਕਿੱਦਾਂ ਇੱਲਤ ਕਿੱਦਾਂ ਮਾਰਦੀ ਹੈ ਝੱਟਾ, ਜਦੋਂ ਮਰਦਾਰ ਦੇਖ ਲੈਂਦੀ ਹੈ। ਉਹ ਮਾਲਕ ਸਾਨੂੰ ਇਹੀ ਦੱਸ ਰਹੇ ਨੇ ਕਿ ਵੀ ਤੂੰ ਇਹ ਮਨ ਨੂੰ ਰੋਕੋ, ਮਨ ਨੂੰ ਰੋਕੋ, ਮਤਲਬ ਲੜਨਾ ਕੋਈ ਨਹੀਂ, ਪਰ ਇਹਨੂੰ ਟਿਕਾਉਣਾ ਹੈ ਬਸ। ਸੰਗਤ ਹੋਣਾ ਉੱਥੇ ਹੀ ਹੈ, ਬ੍ਰਹਮ ਗਿਆਨ ਲੈ ਕੇ ਸੰਗਤ ਦੇ ਵਿੱਚ ਬੈਠ ਕੇ, ਧਿਆਨ ਦੇ ਵਿੱਚ ਬੈਠ ਕੇ, ਨਿਰਵਿਚਾਰ ਦੇ ਵਿੱਚ ਬੈਠ ਕੇ, ਫੇਰ ਹੀ ਇਹ ਸਾਰੀ ਖੇਡ ਵਾਪਰਦੀ। ਹਾਂ, ਅੱਗੇ ਪੌੜੀ ਆਈ, ਇੱਕੋ ਹੀ ਸ਼ਲੋਕ ਲੱਗਿਆ ਦੇਖੋ ਇਸ ਪੌੜੀ ਦੇ ਵਿੱਚ, ਨਹੀਂ 2 ਸੀਗੇ, ਠੀਕ ਹੈ। ਪੌੜੀ, ਜਿਸ ਸਰਬ ਸੁਖਾ ਫਲ ਲੋੜੀਐ ਸੋ ਸੱਚ। ਹੁਣ ਇੱਥੇ ਜਿਹੜਾ ਹੈ ਕਮਾਵੋ ਪੜਤਾ, ਤੇ ਇਹਦੇ ਜਿਹੜੇ ਹੈਗੇ ਉਚਾਈ ਨਹੀਂ ਫੜ ਪਾਏ ਆਪਾਂ, ਇਹ ਊੜਾ ਬੰਨ੍ਹਿਆ, ਇਹ ਆਪਣੇ ਤੇ ਲਾਉਣਾ ਹੈ ਭਾਈ। ਜਿਸ ਸਰਬ ਸੁਖਾ ਫਲ ਲੋੜੀਐ ਸੋ ਸੱਚ ਕਮਾਵੋ, ਜਿਸ ਸਰਬ ਸੁਖਾ ਫਲ ਲੋੜੀਐ ਸੋ ਸੱਚ ਕਮਾਵੋ। ਜਿੱਥੋਂ ਸਾਰੇ ਸੁੱਖ ਮਿਲਣੇ ਆ, ਫਲ ਪ੍ਰਾਪਤ ਹੋਣੇ ਆ, ਨਾਮ ਧਨ ਨਾਮ ਪਦਾਰਥ ਮਿਲਣਾ ਹੈ, ਕਹਿੰਦੇ ਉਹ ਮੈਂ ਉਹਦੀ ਕਮਾਈ ਕਰਾਂ ਭਾਈ, ਉਹਦੇ ਵਾਸਤੇ ਧਨ ਜੋੜਾਂ, ਉਹਦੇ ਵਾਸਤੇ ਜਿਹੜਾ ਹੈਗਾ ਮੈਨੂੰ ਸਵਾਸ ਮਿਲਿਆ ਇਹ ਕਨਵਰਟ ਕਰਾਂ, ਬੈਠਾ ਸੁਣਨ ਦੇ ਵਿੱਚ। ਜਿਸ ਸਰਬ ਸੁਖਾ ਫਲ ਲੋੜੀਏ ਸੋ ਸੱਚ ਕਮਾਵੋ, ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ। ਆ ਦੇਖੋ ਕਹਿੰਦੇ ਉਹ ਮਾਲਕ ਪਰਮਾਤਮਾ ਮੇਰੇ ਅੰਦਰ ਹੈ, ਬਿਲਕੁਲ ਆਤਮਾ ਆਪਣੇ ਅੰਦਰ ਹੈ ਭਾਈ। ਨੇੜੇ ਦੇਖੋ ਪਾਰ ਬ੍ਰਹਮ, ਜਿੱਥੇ ਮਨ ਹੈਗਾ ਉੱਥੇ ਆਤਮਾ ਹੈਗੀ ਆ। ਬਸ ਮਨ ਜਿਹੜਾ ਹੈਗਾ, ਮਨ ਨੂੰ ਜਿਹੜਾ ਹੈਗਾ ਬਿਨਣਾ ਹੈਗਾ ਸੁਰਤ ਦੇ ਨਾਲ। ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ, ਇੱਕ ਪਰਮੇਸ਼ਰ ਦਾ ਨਾਮ ਧਿਆਉਣਾ। ਆਇਆ ਧਿਆਨ, ਨਾਮ ਦਾ ਧਿਆਨ ਕਰਨਾ। ਨਾਮ ਤਾਂ ਪਦਾਰਥ ਹੈਗਾ ਭਾਈ, ਆਪਾਂ ਨੇ ਸਿਰਫ ਮਾਇਆ ਦਾ ਧਿਆਨ ਜਿਹੜਾ ਹੈਗਾ ਹਟਾਉਣਾ ਹੈ ਤੇ ਨਾਮ ਦਾ ਧਿਆਨ ਹੋ ਜਾਂਦਾ ਹੈ। ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ। ਇਹ ਬਹੁਤ ਔਖੀ ਕੰਮ ਹੈ, ਕਮਾਈ ਹੈ, ਘਾਲਣਾ ਹੈਗੀ ਆ। ਉਹਨਾਂ ਨੂੰ ਨਾਮ ਧਨ ਮਿਲਦਾ ਹੈ, ਨਾਮ ਪਦਾਰਥ ਮਿਲਦਾ ਹੈ। ਜਿਸ ਸਰਬ ਸੁਖਾ ਫਲ ਲੋੜੀਏ ਸੋ ਸੱਚ ਕਮਾਵੋ, ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ। ਹੋਏ ਸਗਲ ਕੀ ਰੇਣਕਾ ਹਰ ਸੰਗ ਸਮਾਵੋ। ਇੱਥੇ ਜਿਹੜਾ ਹੈਗਾ ਆਪਣੀ ਹਉਮੈ ਹੈਗੀ ਭਾਈ, ਇਹੀ ਜਿਹੜੀ ਹੈ ਦੇਖੋ ਕਹਿ ਰਹੇ ਮਹਾਰਾਜ ਕਹਿੰਦੇ ਸਾਰਿਆਂ ਦੀ ਰੇਣ ਹੋ ਕੇ
ਤਾਂ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੇ ਨਾਲ ਸਮਾਈ ਹੁੰਦੀ ਆ, ਤਾਂ ਜਿਹੜਾ ਹੈਗਾ ਆਤਮ ਦਰਸ਼ਨ ਹੁੰਦੇ ਆ, ਆਤਮ ਲੀਨਤਾ ਹੁੰਦੀ ਹੈ, ਤਾਂ ਇਹ ਮਨ ਜਿਹੜਾ ਹੈਗਾ ਇਹ ਜਿਹੜਾ ਹੈਗਾ ਇਹ ਗੋਹਿਆ ਜਾਂਦਾ ਹੈ। ਮਨ ਜਿਹੜਾ ਹੈਗਾ ਮਨ ਲੀਨ ਹੋ ਜਾਂਦਾ ਹੈ ਉਹਦੇ ਵਿੱਚ, ਗੁਣਾਂ ਦੇ ਵਿੱਚ। ਹੋਏ ਸਗਲ ਕੀ ਰੇਣਕਾ ਹਰ ਸੰਗ ਸਮਾਵੋ, ਦੁੱਖ ਨਾ ਦੇਈ ਕਿਸੇ ਜੀ ਪਤ ਸਿਉ ਘਰ ਜਾਵੋ। ਕਹਿੰਦੇ ਕਿਸੇ ਨੂੰ ਵੀ ਦੁੱਖ ਨਾ ਦੇਵਾਂ, ਕਿਸੇ ਨੂੰ ਵੀ ਦੁੱਖ ਨਾ ਦੇਵਾਂ, ਕਿਸੇ ਵੀ ਜੀ ਨੂੰ ਦੁੱਖ ਨਾ ਦੇਵਾਂ, ਤੇ ਆਪਣੀ ਪਤ ਦੇ ਨਾਲ ਜਿਹੜਾ ਹੈਗਾ, ਜਿਹੜਾ ਅਸਲੀ ਘਰ ਹੈਗਾ, ਉੱਥੇ ਪਹੁੰਚਾਂ। ਪਤਿਤ ਪੁਨੀਤ ਕਰਤਾ ਪੁਰਖ ਨਾਨਕ ਸੁਣਾਵੋ। ਕਹਿੰਦੇ ਪਤਿਤ ਨੂੰ ਪੁਨੀਤ ਕਰਨ ਵਾਲਾ ਕੌਣ ਹੈਗਾ? ਉਹ ਮਾਲਕ ਪਰਮਾਤਮਾ ਕਰਤਾ ਪੁਰਖ ਹੈਗਾ। ਉਸ ਨੇ ਕਰਤਾ ਪੁਰਖ ਜਿਹਨੇ ਸੰਸਾਰ ਬਣਾਇਆ ਆ, ਉਹੀ ਪੁਰਖ ਹੈਗਾ, ਉਹੀ ਪਤਿਤ ਨੂੰ ਪੁਨੀਤ ਕਰਨ ਵਾਲਾ ਹੈਗਾ। ਕਹਿੰਦੇ ਉਹਨੂੰ ਆਪ ਬੁੱਝਾਂ ਤੇ ਦੂਸਰਿਆਂ ਨੂੰ ਸੁਣਾਵਾਂ। ਹਾਂਜੀ ਸੁਖਵਿੰਦਰ ਜੀ। ਹਾਂਜੀ ਬਿਲਕੁਲ ਜੀ। ਉਹ ਕਹਿੰਦੇ ਹੋਏ ਸਭਨਾ ਕੀ ਰੇਣੁਕਾ तो आओ हमारे पास, है ना जी। ਜੋ ਤੋਂ ਪ੍ਰੇਮ ਖਿਲਣ ਕਾ ਜੋ ਵੀ ਆਉਂਦਾ ਨਾ ਜੀ, ਦੋ ਸ਼ਬਦ ਆਉਂਦੇ। ਹਾਂਜੀ ਹਾਂਜੀ। ਤੇ ਉਹ ਰੇਣੁਕਾ ਮਤਲਬ ਦੋ ਹੀ ਤਾਂ ਗੁਣ ਚਾਹੀਦੇ ਮੇਨ। ਇੱਕ ਤਾਂ ਤੂੰ ਸਰੈਂਡਰ ਕਰ ਦੇ ਕਿ ਸਾਰਿਆਂ ਦੀ ਧੂੜ ਬਣ ਕੇ ਕਿ ਵੀ ਮੈਨੂੰ ਕੁਝ ਨਹੀਂ ਪਤਾ, ਆਪਣੀ ਬੁੱਧੀ ਨੂੰ ਹਟਾ ਲੈ। ਦੂਜਾ ਦਇਆ ਕਰ। ਬਿਲਕੁਲ ਦਇਆ ਗੁਣ ਜਿਹੜਾ ਹੈਗਾ, ਹੈ ਨਾ। ਬਿਲਕੁਲ। ਉਹ ਦਇਆ ਕੀ ਅੱਜ ਦੁਪਹਿਰੇ ਵੀ ਉਹ ਚੱਲ ਰਿਹਾ ਸੀ ਕਿ ਵੀ ਉਹ ਕਹਿੰਦੇ ਮੈਂ ਤਾਂ ਨਹਾਉਣਾ ਵੀ ਅੰਦਰ ਹੀ ਆ, ਮੈਂ ਕਿਤੇ ਬਾਹਰ ਨਹਾਉਂਗਾ ਤਾਂ ਜੀਵਾਂ ਨੂੰ ਵਿਚਾਰਿਆਂ ਨੂੰ ਪਰੇਸ਼ਾਨੀ ਹੋਊਗੀ। ਇੰਨੀ ਦਇਆ ਦੇਖੋ। ਤੇ ਉਹ ਦਇਆ ਤੇ ਜਿਹੜਾ ਇਹ ਸਰੈਂਡਰ, ਇਹ ਦੋਨੋਂ ਚੀਜ਼ਾਂ ਕਰਕੇ ਤੇ ਫਿਰ ਪ੍ਰਮਾਤਮਾ ਪ੍ਰਾਣੀ ਇੱਕੋ ਨਾਮ ਤੇ ਆਓ। ਉਹ ਕਹਿੰਦੇ ਵੀ ਉਹਨੂੰ ਨੇੜੇ ਦੇਖੋ, ਨੇੜੇ ਹੀ ਆ ਤੁਹਾਡੇ, ਦੂਰ ਥੋੜੀ ਆ, ਦੂਰ ਕਤੋਂ ਨਾ ਜਾਏ। ਉਹ ਤਾਂ ਬਿਲਕੁਲ ਤੇਰੇ ਅੰਦਰ। ਉਹ ਕਹਿੰਦੇ ਵੀ ਉਹ ਬੋਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ। ਤੇ ਉਹ ਪ੍ਰਮਾਤਮਾ ਦਾ ਬਿਲਕੁਲ ਹੱਥ ਪੈ ਨੇੜੇ। ਕਬੀਰ ਸਾਹਿਬ ਦਾ ਇੱਕ ਸ਼ਬਦ ਹੈ ਉਹਦੇ ਚ ਕਹਿੰਦੇ ਹੱਥ ਪੈ ਨੇੜੇ। ਉਹ ਤਾਂ ਇੰਨਾ ਨੇੜੇ ਹੈ। ਤੇ ਉਹ ਤਾਂ ਜਦ ਅਸੀਂ ਆਪਣੀ ਸੁਰਤੀ ਨੂੰ ਦੇਖਣਾ, ਨਾਲ ਜੋੜਨੀ ਹੈ, ਉਹਦਾ ਵਿੱਚ ਅੰਦਰ ਹੀ ਹੈ। ਸੁਰਤੀ ਉੱਥੇ ਲੈ ਜਾਣੀ ਹੈ ਜਿਹੜਾ ਵਾਹੀਕਲ ਹੈ ਮਨ ਦਾ। ਇਹ ਬੋਲ ਰਿਹਾ ਉਹੀ ਤਾਂ ਬੋਲ ਰਿਹਾ ਹੈ ਭਾਈ, ਉਹੀ ਬੋਲ ਰਿਹਾ। ਤੇ ਉਹ ਕਹਿੰਦੇ ਫਿਰ ਉਹ ਕੌਣ ਹੈ? ਉਹ ਪਤਿਤ ਨੂੰ ਪੁਨੀਤ ਕਰਨ ਵਾਲਾ। ਉਹ ਕੋਈ ਦੇਖਦਾ ਨੀ, ਉਹ ਲਿਬੜਿਆ ਨੂੰ ਸਾਰਿਆਂ ਨੂੰ ਲਾ ਲੈਂਦਾ ਗੱਲ। ਉਹ ਦੇਖਦਾ ਨੀ ਤੂੰ ਪਿੱਛੇ ਕੀ ਕਰਕੇ ਆਇਆ ਕੀ ਨਹੀਂ ਕਰਕੇ ਆਇਆ। ਬਿਲਕੁਲ, ਹੈ ਨਾ ਜੀ। ਤੇ ਉਹ ਕਹਿੰਦੇ ਮੈਂ ਫਿਰ ਉਹ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਦੂਜਿਆਂ ਨੂੰ ਸੁਣਾਓ। ਏਦਾਂ ਮੇਰੇ ਖਿਆਲ ਕੁਛ ਕਹਿ ਰਿਹਾ ਕਿ ਕਰਤਾ ਪੁਰਖ ਨਾਨਕ ਸੁਣਾਵੋ। ਕਹਿੰਦੇ ਮੈਂ ਦੱਸ ਰਿਹਾ ਤੁਹਾਨੂੰ ਵੀ ਉਹ ਤਾਂ ਪਤਿਤ ਨੂੰ ਪੁਨੀਤ ਕਰਨ ਵਾਲਾ ਜੀ। ਆਪ ਜਿਹੜਾ ਹੈਗਾ ਇਹਦੀ ਕਮਾਈ ਕਰ ਲਓ, ਆਪ ਜਿਹੜਾ ਹੈਗਾ। ਹਾਂ, ਤੇ ਆਪ ਚੱਲ ਕੇ, ਕਿਉਂਕਿ ਹਰ ਇੱਕ ਇਨਸਾਨ ਇੱਥੇ ਪ੍ਰਮਾਤਮਾ ਹੋਣ ਵਾਸਤੇ ਹੀ ਆਇਆ। ਦੇਖੋ ਕਮਾਲ ਦੀ ਖੇਡ ਜਨ ਨਾਨਕ, ਜਿਹਨੂੰ ਦੇਖਣਗੇ ਉਹਦੇ ਚ ਉਹੀ ਹੋ ਗਿਆ। ਦੇਖੋ ਕਮਾਲ। ਜਨ ਨਾਨਕ ਤੂੜ ਮੰਗੇ ਤਿਸ ਗੁਰ ਸਿੱਖੀ, ਜੋ ਆਪ ਜਪੈ ਅਵਰਾ ਨਾਮ ਜਪੈ। ਅਵਰਾ ਨਾਮ। ਹਾਂਜੀ। ਔਰ ਇਹਦੇ ਚ ਨੁਕਤੇ ਦੀ ਗੱਲ ਹੈ ਵੀ ਦੁੱਖ ਨਾ ਦੇਈ ਕਿਸੇ ਜੀ ਪਤ ਸਿਉ ਘਰ ਜਾਵੋ। ਕਹਿੰਦੇ ਕਿਸੇ ਨੂੰ ਵੀ ਦੁੱਖ ਨਾ ਦੇਵਾਂ, ਕਿਸੇ ਜੀ ਨੂੰ ਦੁੱਖ ਨਾ ਦੇਵਾਂ। ਦੇਖੋ ਜੀ ਲਿਖਿਆ ਹੋਇਆ, ਦੁੱਖ ਨਾ ਦੇਈ ਕਿਸੇ ਜੀ ਪਤ ਸਿਉ ਘਰ ਜਾਵੋ। ਹੋਰ ਦੇਖੋ ਹੋਏ ਸਗਲ ਕੀ ਰੇਣਕਾ ਹਰ ਸੰਗ ਸਮਾਵੋ। ਕਹਿੰਦੇ ਕ੍ਰਾਈਟੇਰੀਆ ਹੈਗਾ ਭਾਈ, ਸਾਰਿਆਂ ਦੀ ਚਰਨ ਧੂੜ, ਸਾਰਿਆਂ ਤੋਂ ਨੀਵਾਂ ਸਮਝ ਆਪਣੇ ਆਪ ਨੂੰ, ਤਾਂ ਜਾ ਕੇ ਉੱਤੇ ਸਮਾਈ ਹੁੰਦੀ ਹੈ। ਤਾਂ ਜਿਹੜਾ ਹੈਗਾ ਉਹ ਜਿਹੜਾ ਰਾਈ 10ਵੇਂ ਪਾਏ ਮਨ ਜਿਹੜਾ ਹੈਗਾ ਹਾਥੀ ਤੋਂ ਉਹ ਇੰਨਾ ਛੋਟਾ ਹੁੰਦਾ, ਤਾਂ ਪਾਸ ਆਊਟ ਹੁੰਦਾ। ਨਹੀਂ ਤਾਂ ਫਿਰ ਵਾਪਸ ਜਿਹੜਾ ਹੈਗਾ ਇਹ ਦੋਜ਼ਖ ਦੇ ਵਿੱਚ ਕਹਿ ਲਓ ਜਾਂ ਜੂਨਾਂ ਦੇ ਵਿੱਚ ਕਹਿ ਲਓ, ਇਹ ਘੁੰਮਦਾ ਰਹਿੰਦਾ। ਜੋ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ। ਇਤਮਾਰਗ ਪੈਰ ਧਰੀਜਾ ਸਿਰ ਦੀਜੇ ਕਾਣ ਨਾ ਕੀਜੇ। ਉਹ ਸਿਰ ਨੂੰ ਆਪਣੀ ਮੱਤ ਨੂੰ ਦੇ ਕੇ ਛੱਡ ਕੇ ਗਗਨ ਦਮਾਮਾ ਬਾਜੇ ਪਰਿਓ ਨਿਸ਼ਾਨੇ ਕਾਓ ਖੇਤ ਜੋ ਮਾਂਡੇ ਸੂਰਮਾ ਅਬ ਜੂਝਣ ਕੋ ਦਾ। ਇਹ ਸਮਾਂ ਜੀ ਇੰਨਾ ਵਧੀਆ ਸਮਾਂ, ਇੰਨੇ ਸਮੇਂ ਇੰਨਾ ਪਲ ਅੱਛੇ ਮਿਲੇ ਆ ਸਾਨੂੰ। ਪਰਮਾਤਮਾ ਅੱਗੇ ਅਰਦਾਸ ਰਜੋਈ ਇਹੀ ਹੈ ਕਿ ਸਭ ਤੇ ਕਿਰਪਾ ਕਰੇ। ਵਾਹਿਗੁਰੂ। ਬਸ ਅੱਜ ਇੱਥੇ ਹੀ ਸੰਕੋਚਦੇ ਹਾਂ। ਗੋਰਖੀ ਸਾਹਿਬ ਤਾਂ ਆਏ ਨਹੀਂ ਅੱਜ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਸੱਚੇ ਪਾਤਸ਼ਾਹ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ, ਅਸੰਗਤ ਘੜੀਆਂ ਬਖਸ਼ੀਆਂ। ਔਰ ਆ ਜਿਹੜਾ ਹੈਗਾ ਇਹ ਗੁਰੂ ਦੀ ਮੱਤ ਜਿਹੜੀ ਹੈਗੀ ਆ
ਉਹ ਸਾਡੇ ਤਾਈਂ ਜਿਹੜੀ ਹੈ ਸਾਡੇ ਦ੍ਰਿਸ਼ਟੀ ਉਗੋਚਰੀ ਕੀਤੀ। ਆਪ ਜੀ ਮਿਹਰ ਕਰੋ, ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਸਾਨੂੰ ਜਿਹੜਾ ਹੈਗਾ ਅਗਵਾਈ ਦਿੰਦੇ ਰਹੋ, ਔਰ ਇਹ ਜਿਹੜੀ ਹੈਗੀ ਆ ਇਸ ਗੁਰਮਤਿ ਦੇ ਅਨੁਸਾਰ ਜਿਹੜਾ ਹੈਗਾ ਸਾਡਾ ਜੀਵਨ ਜਿਹੜਾ ਹੈਗਾ ਉਹ ਘੜਿਆ ਜਾਏ, ਇਹੀ ਬੇਨਤੀ ਹੈਗੀ। ਔਰ ਬਾਣੀ ਪੜ੍ਹਦੇ ਸੁਣਦੇ ਇਹਦੇ ਵਿੱਚ ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਬਾਣੀ ਜਿਹੜੀ ਹੈਗੀ ਆ ਪੜ੍ਹੀ ਦਾ ਭਾਵ ਜਿਹੜਾ ਹੈਗਾ ਸੰਗਤ ਦੇ ਹਿਰਦੇ 'ਚ ਵਸਾਉਣਾ, ਦਰੋਂ ਕੋਲੋਂ ਨਾਮਦਾਨ ਬਖਸ਼ਣਾ। ਹੋਰ ਇੱਕ ਭੈਣ ਜਿਹੜੀ ਬਹੁਤ ਹੀ ਜ਼ਿਆਦਾ ਜਿਹੜੀ ਹੈਗੀ ਦੁਖੀ ਹੈਗੀ, ਉਹਨਾਂ ਦੀ ਜਿਹੜੀ ਹੈਗੀ ਆ ਮਿਹਰ ਕਰੋ, ਉਹਨਾਂ ਦਾ ਸਰੀਰਕ ਕਸ਼ਟ ਜਿਹੜਾ ਹੈਗਾ ਦੂਰ ਕਰੋ, ਔਰ ਉਹਨਾਂ ਨੂੰ ਜਿਹੜਾ ਹੈਗਾ ਆਪਣੇ ਜਿਹੜੀ ਹੈਗੀ ਜੋ ਭੁੱਲਾਂ ਹੈਗੀਆਂ ਉਹ ਖਿਮਾ ਕਰੋ, ਔਰ ਉਹਨਾਂ ਨੂੰ ਸ਼ਾਂਤੀ ਬਖਸ਼ੋ। ਇਹੀ ਅਰਦਾਸ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।